ਆਵਾਜ਼ੇ ਪੰਜਾਬ ਦੇਖ ਰਹੇ ਹੋ ਜੀ ਤੁਸੀਂ। ਕੱਲ੍ਹ ਦਾ ਸੋਸ਼ਲ ਮੀਡੀਆ ਉੱਤੇ ਤੇ ਮੀਡੀਆ ਦੇ ਵਿੱਚ ਵੀ ਇਹ ਬੜਾ ਰੌਲਾ ਚੱਲ ਰਿਹਾ ਕਿ ਭਗਵੰਤ ਮਾਨ ਹੋਣੀ ਜਿਹੜੇ ਕਿ ਪੰਜਾਬ ਦੇ ਹੁਣ ਮੁੱਖ ਮੰਤਰੀ ਨੇ, ਕਹਿੰਦੇ ਜੀ ਉਹ ਸ਼ਰਾਬ ਪੀ ਕੇ ਦਮਦਮਾ ਸਾਹਿਬ ਵਿਖੇ 2 ਵਾਰੀ ਐਂਟਰ ਹੋਏ ਨੇ। ਇਹ ਇਲਜ਼ਾਮ ਨੇ ਜਿਹੜੇ ਪਹਿਲਾਂ ਸੁਖਬੀਰ ਸਿੰਘ ਬਾਦਲ ਉਹਨਾਂ ਨੇ, ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਨੇ ਪਲੱਸ ਪ੍ਰਧਾਨ ਨੇ, ਇਹਨਾਂ ਨੇ ਲਗਾਏ ਸੀਗੇ ਕੱਲ੍ਹ ਇੱਕ ਰੈਲੀ ਦੇ ਵਿੱਚ ਬੋਲਦਿਆਂ ਹੋਇਆ। ਸੋ ਇਹਨਾਂ ਨੇ ਕਿਹਾ ਕਿ 2 ਵਾਰੀ ਜੀ ਭਗਵੰਤ ਮਾਨ ਹੋਣੀ ਦਾਰੂ ਪੀ ਕੇ ਗਏ। ਕਹਿੰਦੇ ਮੈਂ ਇਹ ਗੱਲ ਕਰਨਾ ਨਹੀਂ ਸੀ ਚਾਹੁੰਦਾ, ਪਰ ਫਿਰ ਵੀ ਮੈਂ ਕਰ ਰਿਹਾ ਕਿਉਂਕਿ ਇਹ ਬੜੀ ਵੱਡੀ ਗੱਲ ਹੈ ਅਤੇ ਬੜਾ ਇਹਦੇ ਨਾਲ ਕਹਿੰਦੇ ਸਿੱਖ ਮਰਿਆਦਾ ਦਾ ਇਹਨਾਂ ਨੂੰ ਕੋਈ ਲਿਹਾਜ਼ ਨਹੀਂ ਰਿਹਾ। ਅਤੇ ਕਹਿੰਦੇ ਇਹ ਇੱਕ ਤਰ੍ਹਾਂ ਦੀ ਬੇਅਦਬੀ ਹੈ ਜਿਹੜੀ ਉਹ ਗੁਰਦੁਆਰਾ ਸਾਹਿਬ ਦੀ ਇਹਨਾਂ ਨੇ ਕੀਤੀ ਹੈ। ਇਹ ਪੂਰਾ ਮਾਮਲਾ ਕੀ ਹੈ, ਇਹਦੇ ਪਿੱਛੇ ਦੀ ਕੁੰਡੀ ਕੀ ਹੈ, ਅਤੇ ਇਹ ਸਾਰਾ ਹੁਣ ਜਿਹੜਾ ਨੈਰੇਟਿਵ ਆ ਉਹ ਕਿਉਂ ਚੱਲ ਰਿਹਾ ਕਿ ਭਗਵੰਤ ਮਾਨ ਨੂੰ ਸਿੱਖੀ ਨਾਲ ਜੋੜ ਕੇ ਜਿਹੜਾ ਦੇਖਿਆ ਜਾ ਰਿਹਾ, ਉਹ ਕਿਉਂ ਦੇਖਿਆ ਜਾ ਰਿਹਾ? ਉਹਨਾਂ ਦੀ ਸਿੱਖੀ ਇਮੇਜ ਨੂੰ, ਨਾ ਕਿ ਪੋਲੀਟੀਕਲ ਇਮੇਜ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ? ਇਹਦੇ ਉੱਤੇ ਸਾਰੀ ਚਰਚਾ ਕਰਨ ਲਈ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਸ਼ਾਮ ਦੇ ਸ਼ੋਅ ਦੇ ਵਿੱਚ ਨੇ ਜੀ ਸਾਡੇ ਮੁੱਖ ਸੰਪਾਦਕ ਸਰਦਾਰ ਕੁਲਵੰਤ ਸਿੰਘ ਜੀ। ਕੁਲਵੰਤ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਧੰਨਵਾਦ ਬੁਨੀ। ਕੁਲਵੰਤ ਜੀ, ਗੱਲ ਠੀਕ ਹੈ ਕਿ ਪੋਲੀਟੀਕਲ ਤੌਰ 'ਤੇ ਤਾਂ ਹੁਣ ਇਹਨਾਂ ਦੇ ਖਿਲਾਫ ਕੁਛ ਨਹੀਂ ਮਿਲਿਆ ਕਿਉਂਕਿ ਪੋਲੀਟੀਕਲ ਚੋਣਾਂ ਵੀ ਹੈ ਨਹੀਂ ਹੁਣ ਨੇੜੇ ਤੇੜੇ। ਅੱਗੇ ਚੋਣਾਂ ਆ ਰਹੀਆਂ ਨੇ SGPC ਦੀਆਂ। ਵੱਡੇ ਬਾਦਲ ਸਾਹਿਬ ਦਾ ਇਹ ਕਹਿਣਾ ਕਿ ਦੇਖਿਓ ਅਗਲੀ ਵਾਰੀ ਵੋਟਾਂ ਕੇਜਰੀਵਾਲ ਨੂੰ ਨਾ ਪਾ ਦਿਓ। SGPC ਦੀਆਂ ਚੋਣਾਂ 'ਚ ਪਤਾ ਲੱਗੇ ਗੁਰਦੁਆਰਿਆਂ 'ਚ ਕੇਜਰੀਵਾਲ ਦੀ ਫੋਟੋ ਲੱਗੀ ਹੋਵੇ। ਅਤੇ ਕੱਲ੍ਹ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਇਹ ਕਹਿ ਦੇਣਾ ਕਿ ਦੇਖੋ ਜੀ ਇਹ ਦਾਰੂ ਪੀ ਕੇ ਬਾਕੀ ਸਾਰੇ ਸਮਾਰਕਾਂ 'ਤੇ ਜਿੱਥੇ ਮਰਜ਼ੀ ਜਾਂਦਾ ਰਿਹਾ ਹੋਵੇ, ਗੁਰਦੁਆਰਾ ਸਾਹਿਬ ਕਹਿੰਦੇ ਬੜੇ ਆ। ਅਤੇ ਇਹ ਕਿਉਂ ਬੜੇ ਆ, ਕਿਵੇਂ ਬੜੇ ਆ? ਕਹਿੰਦੇ ਇਹਨਾਂ ਨੂੰ ਸਿੱਖੀ ਸਿਧਾਂਤਾਂ ਦਾ ਕੋਈ ਲਾਜ ਲੱਛਾ ਹੈ ਨਹੀਂ, ਅਤੇ ਕਹਿੰਦੇ ਇਹ ਇਹਨਾਂ ਨੇ ਜੀ ਬੇਅਦਬੀ ਕਰੀ ਹੈ ਗੁਰਦੁਆਰਾ ਸਾਹਿਬ ਦੀ। ਦੇਖੋ ਬੁਨੀ, ਪਹਿਲਾਂ ਬਾਦਲ ਸਾਹਿਬ ਦਾ ਬਿਆਨ ਆਉਣਾ, ਵੱਡੇ ਬਾਦਲ ਸਾਹਿਬ ਦਾ, ਕਿ ਇਹਨਾਂ ਨੂੰ ਜੇਕਰ ਚਲੋ ਤੁਸੀਂ ਵੋਟਾਂ ਪਾ ਕੇ ਪੰਜਾਬ ਸਰਕਾਰ ਤਾਂ ਦੇਤੀ, ਪਰ ਜੇਕਰ ਤੁਸੀਂ ਇਹਨੂੰ ਵੋਟਾਂ ਪਾ ਕੇ SGPC ਦੇਤੀ ਤਾਂ ਫਿਰ ਉੱਥੇ ਗੁਰਦੁਆਰਿਆਂ ਦੇ ਵਿੱਚ ਕੇਜਰੀਵਾਲ ਦੀ ਫੋਟੋ ਲੱਗਿਆ ਕਰੇਗੀ। ਉਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਹੁਣ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਸਭ ਤੋਂ ਵੱਡਾ ਡਰ ਹੈ ਉਹ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਪ੍ਰਬੰਧ ਹੱਥੋਂ ਖੁੱਸਣ ਦਾ, ਦੀ ਸੱਤਾ ਹੱਥੋਂ ਖੁੱਸਣ ਦਾ। ਅਤੇ ਉਸ ਨੂੰ ਲੈ ਕੇ ਜੇਕਰ ਹੁਣ ਅੱਜ ਦੀਆਂ ਅਖਬਾਰਾਂ ਦੇ ਵਿੱਚ ਵੀ ਜੇਕਰ ਬਿਆਨ ਪੜ੍ਹੀਏ ਆਪਾਂ, ਜਿਹੜੇ ਕੱਲ੍ਹ ਦੇ ਬਿਆਨ ਜਿਹੜੇ ਸੁਖਬੀਰ ਸਿੰਘ ਬਾਦਲ ਹੋਣਾ ਨੇ ਦਿੱਤੇ ਨੇ, ਅਤੇ ਉਹਦੇ ਵਿੱਚੋਂ ਵੀ ਬਿਆਨ ਪੜ੍ਹੀਏ ਤਾਂ ਉਹਦੇ ਵਿੱਚੋਂ ਵੀ ਜਿਹੜੀਆਂ ਅਖਬਾਰਾਂ ਦੀਆਂ ਸੁਰਖੀਆਂ ਵੀ ਲੱਗੀਆਂ ਨੇ, ਉਹ ਵੀ ਮੈਂ ਇੱਕ ਮੇਰੇ ਕੋਲ ਜਿਹੜਾ ਅਖਬਾਰ ਹੈਗਾ ਹਿੰਦੁਸਤਾਨ ਟਾਈਮਜ਼, ਇਹਦੇ ਵਿੱਚ ਲੱਗੀ ਸੁਰਖੀ ਨੂੰ ਵੀ ਜੇਕਰ ਮੈਂ ਪੜ੍ਹ ਕੇ ਸੁਣਾਵਾਂ ਦਰਸ਼ਕਾਂ ਨੂੰ ਤਾਂ ਉਹਦੇ ਵਿੱਚ ਇਹ ਹੋਏਗਾ ਕਿ ਆਪ ਗੌਰਮੈਂਟ ਟਰਾਈਂਗ ਟੂ ਵੀਕਐਂਡ SAD ਟੂ ਸੀਜ਼ ਕੰਟਰੋਲ ਆਫ ਗੁਰਦੁਆਰਾਜ਼ ਸੁਖਬੀਰ। ਯਾਨੀ ਕਿ ਸੁਖਬੀਰ ਬਾਦਲ ਨੇ ਇਹ ਕਿਹਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਕੇ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਹਾਸਲ ਕਰਨਾ ਚਾਹੁੰਦੀ ਹੈ। ਅਤੇ ਨਾਲ ਇਹ ਬਿਆਨ ਦੇ ਦਿੱਤਾ ਗਿਆ, ਨਾਲ ਇਹ ਰੌਲਾ ਪੈ ਗਿਆ ਜੀ ਕਿ ਉਹ ਸ਼ਰਾਬ ਪੀ ਕੇ ਉੱਥੇ ਗਏ ਸੀ। ਹੁਣ ਤੁਸੀਂ ਦੋਨਾਂ ਨੂੰ ਅਗਰ ਆਪਸ 'ਚ ਮਿਲਾ ਕੇ ਦੇਖੋ ਤਾਂ ਉਹ ਦੋਨੋਂ ਚੀਜ਼ਾਂ ਕਿਤੇ ਨਾ ਕਿਤੇ ਚੀਖ ਕੇ ਆਪਸ 'ਚ ਕਹਿ ਰਹੀਆਂ ਨੇ ਕਿ ਉਹ ਕੇਜਰੀਵਾਲ ਤੋਂ ਜਿਹੜਾ ਡਰ ਹੈ, ਆਮ ਆਦਮੀ ਪਾਰਟੀ ਤੋਂ ਜਿਹੜਾ ਡਰ ਹੈ, ਕੇਜਰੀਵਾਲ ਤਾਂ ਚਲੋ ਖੈਰ ਇਹਦੇ 'ਚ ਬਹੁਤ ਦੂਰ ਦਾ ਰਿਸ਼ਤਾ ਹੋਏਗਾ ਕਿਉਂਕਿ ਪਿੱਛੇ ਹੋ ਸਕਦੇ ਨੇ। ਅੱਗੇ ਤਾਂ ਜਿਹੜੇ ਸਿੱਖ ਚਿਹਰੇ ਹੀ ਆਉਣਗੇ ਜਿਹੜੇ ਆਉਣਗੇ ਆਉਣ ਵਾਲੇ ਸਮੇਂ 'ਚ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਲਈ ਜਿਹੜਾ ਗੁਰਸਿੱਖ ਹੋਣਾ ਜਿਹੜਾ ਉਹ ਜ਼ਰੂਰੀ ਹੈਗਾ। ਅਤੇ ਅੱਗੇ ਤਾਂ ਗੁਰਸਿੱਖ ਚਿਹਰੇ ਹੀ ਆਉਣਗੇ, ਪਰ ਉਹਨਾਂ ਨੂੰ ਇਹ ਡਰ ਹੈ ਕਿ ਇਹ ਚੀਜ਼ਾਂ ਜੋ ਕੁਝ ਵੀ ਅੱਗੇ ਆਮ ਆਦਮੀ ਪਾਰਟੀ ਦਾ ਜਿਹੜਾ 92 ਸੀਟਾਂ ਦਾ ਜਿਹੜਾ ਇੱਕ ਜਿਹੜਾ ਬਹੁਮਤ ਮਿਲਿਆ ਇਹਨਾਂ ਨੂੰ, ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਬਹੁਮਤ ਹੈ। ਅਤੇ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਨੇ, ਉਹਨਾਂ ਚੋਣਾਂ ਦੌਰਾਨ ਵੀ ਜਿਹੜਾ ਉਹ ਇਹ ਬਹੁਮਤ ਦਾ ਅਸਰ ਪਏਗਾ। ਅਤੇ ਜਿਹੜੀ ਲੋਕ ਸ਼੍ਰੋਮਣੀ ਅਕਾਲੀ ਦਲ ਨਾਲੋਂ ਟੁੱਟੇ ਨੇ, ਉਹ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਾ ਹੋਵੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਨੇ ਉਸ ਦੌਰਾਨ ਕਿਤੇ ਆਮ ਆਦਮੀ ਪਾਰਟੀ ਦੇ ਕੁਝ ਲੋਕ ਜੇਕਰ ਖੜ੍ਹੇ ਹੋ ਜਾਣ, ਜਿਸ ਤਰ੍ਹਾਂ ਪਿੱਛੇ ਜੇ HS ਫੂਲਕਾ ਹੋਣਾ ਨੇ ਵੀ ਇੱਕ ਕੁਝ ਸੰਸਥਾ ਬਣਾਉਣ ਦਾ ਜਿਹੜਾ ਇੱਕ ਐਲਾਨ ਕੀਤਾ ਸੀਗਾ ਵੀ ਅਸੀਂ ਬਾਦਲਾਂ ਤੋਂ ਮੁਕਤ ਕਰਾਵਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਵੀ ਜੇਕਰ ਅਜਿਹੇ ਲੋਕ ਅੱਗੇ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਦੇ ਨੇ ਅਤੇ ਉਹ ਆਮ ਆਦਮੀ ਪਾਰਟੀ ਜਿਹੜੀ ਉਹਨਾਂ ਦਾ ਸਮਰਥਨ ਕਰਦੀ ਹੈ, ਜਿਵੇਂ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਇਹ ਕਿਹਾ ਵੀ ਸੀਗਾ ਕਿ ਅਸੀਂ ਇਹਨਾਂ ਚੀਜ਼ਾਂ ਦਾ ਸਮਰਥਨ ਕਰਾਂਗੇ ਜਿਹੜੇ ਬਾਦਲਾਂ ਨੂੰ ਮੁਕਤ ਕਰਾਉਣਗੇ, ਤਾਂ ਉਹ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ
ਬਾਦਲਾਂ ਨੂੰ ਉਹਨਾਂ ਤੋਂ ਸੱਤਾ ਵਿਹੀਨ ਕਰ ਸਕਦੀਆਂ ਨੇ, ਸੱਤਾ ਤੋਂ ਵਾਂਝਿਆ ਕਰ ਸਕਦੀਆਂ ਨੇ। ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜੀ ਬੇਸ ਹੈ, ਦਾਰਮਦਾਰ ਹੈ ਪੂਰਾ ਦਾ ਪੂਰਾ ਪੰਜਾਬ ਦੇ ਵਿੱਚ, ਉਹ ਸਾਰਾ ਦਾ ਸਾਰਾ ਬੇਸ ਜਿਹੜਾ ਹੈਗਾ ਉਹ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੂੰ ਪੰਥ ਦੀ ਜਿਹੜੀ ਝੰਡਾ ਬਰਦਾਰ ਸੰਸਥਾ ਹੈਗੀ ਹੈ, ਤੇ ਪੰਥ ਦੇ ਜਿਹੜੀ ਇੱਕੋ ਇੱਕ ਜਿਹੜੀ ਮੰਨੀ ਜਾਂਦੀ ਸਿੱਖ ਪੰਥ ਦੀ ਇੱਕੋ ਇੱਕ ਜਿਹੜੀ ਆ ਉਹ ਸਿਰਮੌਰ ਜਥੇਬੰਦੀ ਮੰਨੀ ਜਾਂਦੀ ਹੈ। ਤੇ ਉੱਥੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਵੀ ਜਿਹੜੇ ਵਿਰਾਜਮਾਨ ਨੇ, ਸ਼੍ਰੀ ਅਕਾਲ ਤਖਤ ਸਾਹਿਬ ਵੀ ਉੱਥੇ ਹੀ ਹੈ, ਤੇ ਉੱਥੋਂ ਹੀ ਸਾਰੇ ਸਿੱਖ ਮਸਲੇ ਜਿਹੜੇ ਨੇ ਹੱਲ ਹੁੰਦੇ ਨੇ, ਤੇ ਦਰਬਾਰ ਸਾਹਿਬ ਵੀ ਉੱਥੇ ਹੀ ਮੌਜੂਦ ਨੇ। ਤਾਂ ਇਹ ਸਾਰਾ ਦਾ ਸਾਰਾ ਜਿਹੜਾ ਸਿਸਟਮ ਹੈ ਉਹ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਉਹਨਾਂ ਦੇ ਹੱਥੋਂ 'ਚੋਂ ਖੁੱਸਦੀ ਹੈ, ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੁਣ ਪਹਿਲਾਂ ਬਿਲਕੁਲ ਹੀ ਹਾਸ਼ੀਏ 'ਤੇ ਪਹੁੰਚ ਗਿਆ, ਉਹਦਾ ਜਿਹੜਾ ਭਗਵੰਤ ਮਾਨ ਹੋਣਾ ਦਾ ਜੋ ਕੁਝ ਕਿਹਾ ਹੈ ਕਿ 1920 ਦੇ ਵਿੱਚ ਸ਼ੁਰੂ ਹੋਈ ਪਾਰਟੀ 2020 ਦੇ ਵਿੱਚ ਖਤਮ ਹੋ ਜਾਏਗੀ, 2 ਸਾਲ ਸ਼ਾਇਦ ਉੱਪਰ 3 ਸਾਲ ਹੋਰ ਲੱਗ ਜਾਣ, ਤੇ ਸ਼ਾਇਦ ਉਹ ਖਾਤਮੇ ਵੱਲ ਵੱਧ ਜਾਏਗੀ। ਤੇ ਇਹ ਡਰ ਜਿਹੜਾ ਉਹ ਕਿਤੇ ਨਾ ਕਿਤੇ ਡਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਹੀ ਮੁੜ ਸੱਤਾ ਹਾਸਲ ਕਰਨ ਦਾ ਸੁਪਨਾ ਜਿਹੜਾ ਉਹੀ ਜਿਹੜਾ ਫਿਰ ਇਹ ਬਿਆਨ ਦਗਵਾ ਰਿਹਾ ਇਹਨਾਂ ਤੋਂ ਕਿ ਭਗਵੰਤ ਮਾਨ ਹੁਣੀ ਦਾਰੂ ਪੀ ਕੇ ਉੱਥੇ ਪਹੁੰਚੇ ਸੀ, ਭਗਵੰਤ ਮਾਨ ਹੁਣਾਂ ਨੇ ਆਹ ਕੀਤਾ, ਸਿੱਖੀ ਦੇ ਅਗੇਂਸਟ ਜਿਹੜੇ ਉਹਨਾਂ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਦੋਂ ਤੱਕ ਇਹ ਹਾਲੇ ਤੱਕ ਇਹੀ ਕਿਹਾ ਜਾਏਗਾ ਨਾ ਕਿ ਉਹਨਾਂ ਨੂੰ ਸਿੱਖੀ ਦੇ ਅਗੇਂਸਟ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਜਦੋਂ ਤੱਕ ਭਗਵੰਤ ਮਾਨ ਹੋਣਾ ਦਾ ਕੋਈ ਵੀ ਜਿਹੜਾ ਕਲੀਨਿਕਲ ਟੈਸਟ ਨਹੀਂ ਹੁੰਦਾ ਸ਼ਰਾਬ ਦੇ ਮਾਮਲੇ ਦੇ ਵਿੱਚ, ਚਾਹੇ ਉਹਨਾਂ ਦੇ ਇੱਕ ਮੀਟਰ ਹੁੰਦਾ ਜਿਹੜਾ ਫੂਕ ਮਾਰਨ ਵਾਲਾ ਐਲਕੋਮੀਟਰ ਜਿਹਨੂੰ ਆਪਾਂ ਕਹਿੰਦੇ ਹਾਂ, ਇੱਕ ਉਹ ਮੀਟਰ ਲਾ ਕੇ ਨਾ ਸ਼ਰਾਬ ਉਹਨਾਂ ਦੀ ਚੈੱਕ ਕੀਤੀ ਗਈ ਹੁੰਦੀ, ਜਾਂ ਫਿਰ ਉਹਨਾਂ ਦਾ ਬਲੱਡ ਟੈਸਟ ਨਾ ਕੀਤਾ ਗਿਆ ਹੁੰਦਾ। ਤਾਂ ਉਹ ਦੋਨਾਂ ਦੇ ਮਾਮਲਿਆਂ ਦੇ ਵਿੱਚ ਜਦ ਤੱਕ ਉਹ ਕਲੀਨਿਕਲ ਟੈਸਟ ਨਹੀਂ ਸਾਬਤ ਕਰਦੇ ਕਿ ਉਹਨਾਂ ਨੇ ਸ਼ਰਾਬ ਪੀਤੀ ਸੀ, ਉਦੋਂ ਤੱਕ ਉਹਨਾਂ ਨੂੰ ਕਿਹਾ ਨਹੀਂ ਜਾ ਸਕਦਾ ਵੀ ਸ਼ਰਾਬ ਪੀਤੀ ਹੋ ਸਕਦੀ ਹੈ। ਤੇ ਇਹੀ ਕਿਹਾ ਜਾਏਗਾ ਫਿਰ ਫਿਲਹਾਲ ਤਾਂ ਕਿ ਉਹਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ, ਤੇ ਜਿਹੜਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਦੇ ਪਿੱਛੇ ਮਨਸ਼ਾ ਕੀ ਹੈ, ਉਹ ਸਾਰੀ ਦੀ ਸਾਰੀ ਜਿਹੜੀ ਆ ਉਹ ਇਹ ਕਹੀ ਜਾ ਰਹੀ ਹੈ ਜਿਹੜੇ ਐਕਸਪਰਟ ਨੇ ਵੀ ਉਹਦੇ ਪਿੱਛੇ ਉਹਨਾਂ ਦਾ ਅਕਸ, ਆਮ ਆਦਮੀ ਪਾਰਟੀ ਦਾ ਅਕਸ ਜਿਹੜਾ ਉਹ ਖਰਾਬ ਹੋਵੇ। ਆਉਣ ਵਾਲੇ ਸਮੇਂ ਦੇ ਵਿੱਚ ਜੇ ਉਹ ਕਿਤੇ ਚੋਣਾਂ ਲੜਨ ਦੀ ਜਿਹੜੀ ਆਮ ਆਦਮੀ ਪਾਰਟੀ ਜਿਹੜੇ ਕਿਤੇ ਆਉਂਦੀ ਵੀ ਆ, ਤਾਂ ਫਿਰ ਇਹ ਕਿਹਾ ਜਾ ਸਕੇ ਵੀ ਇਹਨਾਂ ਦਾ ਜੀ ਮੁੱਖ ਮੰਤਰੀ ਜਿਹੜਾ ਦਾਰੂ ਪੀ ਕੇ ਗੁਰਦੁਆਰਿਆਂ 'ਚ ਜਾਂਦਾ ਰਿਹਾ, ਸ਼ਰਾਬ ਪੀ ਕੇ ਗੁਰਦੁਆਰਿਆਂ 'ਚ ਜਾਂਦਾ ਰਿਹਾ, ਤੇ ਇਹਨਾਂ ਨੂੰ ਸਿੱਖੀ ਦੀ ਕੀ ਪਰਵਾਹ ਹੈ ਜੀ, ਸਿੱਖੀ ਤਾਂ ਜਿਹੜੀ ਹੈ ਇਹਨਾਂ ਵਿੱਚ ਖਤਰੇ 'ਚ ਆ ਜਾਏਗੀ ਆਉਣ ਵਾਲੇ ਟਾਈਮ। ਤਾਂ ਉਹ ਜਿਹੜੀ ਚੀਜ਼ ਆ ਭਵਿੱਖ ਦੇ ਵਿੱਚ ਜਾ ਕੇ ਕਿਤੇ ਗੜਬੜ ਨਾ ਹੋ ਜੇ, ਉਹਨਾਂ ਦੇ ਖਿਲਾਫ ਨਾ ਚੱਲੇ ਜਾਣ ਸਿੱਖ ਜਿਹੜਾ ਸਮਾਜ, ਉਹ ਇਸ ਚੀਜ਼ ਨੂੰ ਲੈ ਕੇ ਪਹਿਲਾਂ ਹੀ ਤਿਆਰੀਆਂ ਦੇ ਵਿੱਚ ਰੁੱਝੇ ਹੋਏ ਨੇ। ਤੇ ਇਹ ਚੀਜ਼ ਹੈ ਐਕਸਪਰਟ ਦੇ ਮੁਤਾਬਕ ਇਹ ਸਾਰੀਆਂ ਦੇ ਸਾਰਾ ਜਿਹੜਾ ਬਿਆਨ ਨੇ ਉਸੇ ਸੰਦਰਭ ਦੇ ਵਿੱਚ ਨਿਕਲ ਕੇ ਸਾਹਮਣੇ ਆ ਰਹੇ ਨੇ। ਜੀ ਉਹ ਇੱਕ ਜਿਹੜਾ ਇਹਨਾਂ ਦਾ ਬਿਆਨ ਕੱਲ ਹੋਰ ਦਿੱਤਾ ਸੁਖਬੀਰ ਬਾਦਲ ਹੋਣਾ ਨੇ, ਉਹਨਾਂ ਨੂੰ ਵੀ ਆਪਾਂ ਟੈਲੀਸਕੋਪ ਦੇ ਥੱਲੇ ਮਾੜਾ ਜਿਹਾ ਝਾਤੀ ਮਾਰ ਲੈਂਦੇ ਆ, ਤੇ ਉਹਦੇ 'ਚ 2-4 ਕੀੜੇ ਫੜਨ ਦੀ ਕੋਸ਼ਿਸ਼ ਕਰਾਂਗੇ। ਇਹ ਕਹਿੰਦੇ ਨੇ ਕਿ ਕਹਿੰਦੇ ਦੇਖੋ ਮੈਂ ਬੁਰਾ ਹੋ ਸਕਦਾ, ਪ੍ਰਧਾਨ ਬੁਰਾ ਹੋ ਸਕਦਾ, ਮਲੂਕਾ ਸਾਹਿਬ ਬੁਰੇ ਹੋ ਸਕਦੇ ਆ, ਕਹਿੰਦੇ ਪਰ ਸ਼੍ਰੋਮਣੀ ਅਕਾਲੀ ਦਲ ਹੈ, ਕਹਿੰਦੇ ਪਾਰਟੀ ਨਹੀਂ ਬੁਰੀ, ਕਹਿੰਦੇ ਪਾਰਟੀ ਮਾੜੀ ਨਹੀਂ ਹੈ, ਤੇ ਕਹਿੰਦੇ ਪਾਰਟੀ ਤਾਂ ਚੰਗੀ ਹੈ, ਪਾਰਟੀ ਸਿੱਖਾਂ ਦੀ ਪਾਰਟੀ ਹੈ, ਕਹਿੰਦੇ ਸਿਰਮੌਰ ਸਿੱਖਾਂ ਦੀ ਪਾਰਟੀ ਹੈ, ਕਹਿੰਦੇ ਬੜੇ ਟਾਈਮ ਪਹਿਲਾਂ ਤੋਂ ਕਹਿੰਦੇ ਪੰਥ ਦੀ ਸੇਵਾ ਕਰਦੇ ਆਏ ਆ। ਤੇ ਇਹ ਸਾਰੇ ਨੂੰ ਵੀ ਮੈਨੂੰ ਲੱਗਦਾ ਆਪਾਂ ਇੱਧਰ ਲਾ ਕੇ ਦੇਖ ਸਕਦੇ ਹਾਂ ਕਿ ਨਹੀਂ। ਦੇਖੋ ਇਹੀ ਗੱਲ ਜਿਹੜੀ ਗੱਲ ਉਹਨਾਂ ਨੇ ਆਪ ਕਹੀ ਵੀ ਮੈਂ ਬੁਰਾ ਹੋ ਸਕਦਾ, 4 ਬੰਦੇ ਹੋਰ ਬੁਰੇ ਹੋ ਸਕਦੇ ਨੇ, ਪਰ ਪਾਰਟੀ ਬੁਰੀ ਨਹੀਂ ਹੈਗੀ। ਇਹੀ ਗੱਲ ਜਿਹੜੀ ਆ ਉਹ ਸਾਰੀ ਦੀ ਸਾਰੀ ਜਿਹੜੀ ਆ ਉਹ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ ਵੀ ਇਹੀ ਗੱਲ ਕੀਤੀ ਸੀ, ਇਹੀ ਗੱਲ ਰਣਜੀਤ ਸਿੰਘ ਬ੍ਰਹਮਪੁਰਾ ਹੋਣਾ ਨੇ ਕੀਤੀ, ਸੇਖਵਾਂ ਸਾਹਿਬ ਨੇ ਕੀਤੀ ਸੀ ਕਿ ਇਹ ਜੇਕਰ ਬਾਦਲਾਂ ਨੂੰ ਇਸ ਪਾਰਟੀ ਦੇ ਵਿੱਚੋਂ ਲਾਂਭੇ ਕਰ ਦਿੱਤਾ ਜਾਵੇ ਤਾਂ ਪਾਰਟੀ ਬੁਰੀ ਨਹੀਂ ਹੈ। ਇਸ ਦੀ ਜਿਹੜੀ ਹਾਮੀ ਹੈ ਉਹ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਵੀ ਦਿੱਤੀ ਹੈ, ਕਿਤੇ ਨਾ ਕਿਤੇ ਜਿਹੜੀ ਆ ਉਹ ਆਮ ਆਦਮੀ ਪਾਰਟੀ ਵਾਲੇ ਵੀ ਕਹਿੰਦੇ ਨੇ, ਜਿੰਨੇ ਵੀ ਵਿਰੋਧੀ ਨੇ ਉਹ ਸਾਰੇ ਕਹਿੰਦੇ ਨੇ ਵੀ ਪਾਰਟੀ ਬੁਰੀ ਨਹੀਂ ਹੈ, ਇਹਨਾਂ ਨੇ ਇਸ ਪਾਰਟੀ ਨੇ ਕਾਫੀ ਕੁਰਬਾਨੀਆਂ ਦਿੱਤੀਆਂ ਨੇ ਪੰਜਾਬ ਵਾਸਤੇ। ਤੇ ਇਹੋ ਗੱਲ ਜਿਹੜੇ ਨੇ ਉਹ ਸਾਰੇ ਲੋਕ ਵੀ ਕਹਿੰਦੇ ਨੇ ਵੀ ਜੇਕਰ ਬਾਦਲਾਂ ਨੂੰ ਵਿੱਚੋਂ ਲਾਂਭੇ ਕਰ ਦਿੱਤਾ ਜਾਵੇ ਤਾਂ ਪਾਰਟੀ ਬੁਰੀ ਨਹੀਂ ਹੈਗੀ। ਫਿਰ ਜੇ ਉਹ ਆਪ ਵੀ ਮੰਨਦੇ ਨੇ ਵੀ ਮੈਂ ਬੁਰਾ ਹੋ ਸਕਦਾ ਤਾਂ ਫਿਰ ਉਹ ਸਾਬਤ ਕਰਨਾ। ਜਿਹੜੇ ਲੋਕਾਂ ਦੀ ਡਿਮਾਂਡ ਜਿਹੜੀ ਵਿਰੋਧੀ ਉਹਨਾਂ ਦੇ ਵਿਰੋਧੀ ਹੋਣਗੇ ਤਾਂ ਫਿਰ ਇਹ ਕਹਿਣਗੇ ਨਾ ਵੀ ਜੇ ਤੁਸੀਂ ਬੁਰੇ ਹੋ ਸਕਦੇ ਹੋ ਤਾਂ ਫਿਰ ਇੱਕ ਵਾਰੀ ਪਾਸੇ ਹੋ ਕੇ ਵੇਖੋ, ਕੀ ਪਤਾ ਲੋਕ ਤੁਹਾਡੇ ਨਾਲ ਜੁੜੀ ਜਾਣ। ਉੱਥੇ ਗੱਲ ਚਰਚਾ ਇੱਕ ਮਾੜੀ ਜਿਹੀ ਇਹ ਵੀ ਕਰ ਲੈਣੀ ਜ਼ਰੂਰੀ ਹੈ ਕਿ ਜਦੋਂ ਇਹ ਹੁਣ ਵਿਧਾਨ ਸਭਾ ਚੋਣਾਂ ਹਾਰੇ ਆ, ਬੜੇ ਲੋਕਾਂ ਨੇ ਆਪਾਂ ਤੁਸੀਂ ਢੀਂਡਸਾ ਸਾਹਿਬ ਦੀ ਗੱਲ ਕਰੀ ਹੈ, ਉਹਨਾਂ ਨੇ ਆਪਣਾ ਸ਼੍ਰੋਮਣੀ ਦਲ ਅਲੱਗ ਬਣਾਇਆ ਸੀਗਾ, ਉਹ ਜਦੋਂ ਹਾਰੇ ਕਹਿੰਦੇ ਮੈਂ ਜ਼ਿੰਮੇਵਾਰੀ ਲੈਣਾ, ਕਹਿੰਦੇ ਆਹ ਪਿਆ ਮੇਰਾ ਅਸਤੀਫਾ, ਤੁਸੀਂ ਕਮੇਟੀ ਬਣਾਓ
ਜੇ ਮਨਜ਼ੂਰ ਕਰਨਾ ਮਨਜ਼ੂਰ ਕਰੋ, ਜੇ ਜ਼ਿੰਮੇਵਾਰੀ ਮੈਨੂੰ ਵਾਪਸ ਦਿਓਗੇ ਤਾਂ ਮੈਂ ਵਾਪਸ ਲਵਾਂਗਾ। ਸੁਖਬੀਰ ਸਿੰਘ ਬਾਦਲ ਉਹਨਾਂ ਦਾ ਇੱਕ ਵੀ ਬਿਆਨ ਨਹੀਂ ਆਇਆ ਕਿ ਮੈਂ ਆਹ ਪਿਆ ਜੀ ਮੇਰਾ ਅਸਤੀਫਾ, ਮੈਂ ਤੇ ਬਾਪੂ ਜੀ ਹੁਣ ਥੋੜ੍ਹਾ ਜਿਹਾ ਜਿਹੜਾ ਪਾਰਟੀ ਵਰਕਰ ਵਾਂਗੂ ਉਵੇਂ ਕੰਮ ਕਰਦੇ ਹਾਂ ਤੇ ਪ੍ਰਧਾਨ ਸਾਹਿਬ ਕੋਈ ਹੋਰ ਲਾ ਲਓ। ਤੁਸੀਂ ਉਹਦੀ ਗੱਲ ਕਰਦੇ ਹੋ, ਉਹ ਅਸਤੀਫੇ ਦੀ ਗੱਲ ਤਾਂ ਵੱਖਰੀ ਹੈ। 2-3 ਵਾਰ ਜਦੋਂ ਪਾਰਟੀ ਹਾਰੀ ਹੈ ਉਦੋਂ ਉਹਨਾਂ ਨੂੰ ਮੰਗ ਕੀਤੀ ਗਈ ਵੀ ਤੁਸੀਂ ਪਿੱਛੇ ਹਟ ਜਾਓ, ਤੁਸੀਂ ਹੁਣ ਪਾਰਟੀ ਦੀ ਕਮਾਂਡ ਕਿਸੇ ਹੋਰ ਦੇ ਹੱਥ ਤੱਕ ਆਉਣ ਦਿਓ। ਜਿਸ ਤਰ੍ਹਾਂ ਦੀ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ ਬਿਆਨ ਦਿੱਤਾ ਸੀਗਾ ਜਦੋਂ ਪਾਰਟੀ ਉਹਨਾਂ ਨੇ ਛੱਡੀ ਹੈ, ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਇਸ ਚੀਜ਼ ਦਾ ਵਿਰੋਧ ਕਰ ਚੁੱਕੇ ਹਾਂ ਉਹਨਾਂ ਨੂੰ ਵੀ ਸੁਖਬੀਰ ਦੇ ਹੱਥ 'ਚ ਤੁਸੀਂ ਪਾਰਟੀ ਦਿੱਤੀ ਹੈ ਤਾਂ ਤੁਸੀਂ ਸੁਖਬੀਰ ਬਾਦਲ ਨੂੰ ਜਿਹੜਾ ਉਹ ਲਾਂਭੇ ਕਰੋ, ਜੇ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਜਦੋਂ ਪਰੋ ਉਹਨਾਂ ਦੇ ਸਿਰ ਤੇ ਕੱਢੋ, ਉਹਨਾਂ ਦੇ ਸਿਰ ਤੇ ਪਾਓ। ਇਹੀ ਚੀਜ਼ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਹੀ, ਇਹ ਚੀਜ਼ ਸੇਵਾ ਸਿੰਘ ਸੇਖਵਾਂ ਉਹਨਾਂ ਨੇ ਕਹੀ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਪਹਿਲਾਂ ਮਸਲੇ ਉੱਠ ਚੁੱਕੇ ਨੇ। ਉਹਨਾਂ ਨੇ ਤਾਂ ਮੰਗ ਕੀਤੀ ਹੈ ਪਹਿਲਾਂ ਵੀ ਇਹਨਾਂ ਨੂੰ ਪਾਰਟੀ 'ਚੋਂ ਹਟਾਓ, ਵੀ ਇਹਨਾਂ ਨੂੰ ਪ੍ਰਧਾਨਗੀ ਕਿਸੇ ਹੋਰ ਨੂੰ ਦਿਓ, ਪਰ ਉਹ ਚੀਜ਼ ਜਿਹੜੀ ਆ ਉਹ ਤੁਸੀਂ ਆਪੇ ਲਾਂਭੇ ਹੋਣ ਦੀ ਤਾਂ ਗੱਲ ਛੱਡੋ, ਉਹਨਾਂ ਨੇ ਤਾਂ ਜਿਹੜੇ ਮੰਗ ਹੋਈ ਉਹਨੂੰ ਵੀ ਠੁਕਰਾ ਦਿੱਤਾ ਤੇ ਉਹਦੀ ਵੀ ਗੱਲ ਨਹੀਂ ਮੰਨੀ। ਜੇਕਰ ਆਪੇ ਲਾਂਭੇ ਹੋਣ ਦੀ ਗੱਲ ਤਾਂ ਆਪਾਂ ਮੰਨੀਏ ਨਾ ਵੀ ਜੇ ਕਿਸੇ ਨੇ ਮੰਗ ਤਾਂ ਕੀਤੀ ਨਹੀਂ ਵੀ ਚੱਲ ਉਹਨਾਂ ਨੂੰ ਆਪੇ ਹੀ ਲਾਂਭੇ ਹੋ ਜਾਣਾ ਚਾਹੀਦਾ। ਉਹ ਲੋਕੀ ਤਾਂ ਕਹਿ ਰਹੇ ਨੇ ਵੀ ਭਾਈ ਸਾਹਿਬ ਤੁਸੀਂ ਹੁਣ ਹਟੋ, ਤੁਸੀਂ ਤੁਹਾਡੀ ਜਿਹੜੀ ਆ ਉਹ ਨਹੀਂ ਹੈਗੀ, ਤੁਹਾਡੇ ਹੱਥ 'ਚ ਕਮਾਂਡ ਜਿਹੜੀ ਉਹ ਅੱਗੇ ਨਹੀਂ ਵੱਧ ਰਹੀ, ਪਾਰਟੀ ਹਾਰ ਰਹੀ ਹੈ, ਹੁਣ ਤੁਸੀਂ ਪਿੱਛੇ ਹਟੋ। ਆ ਤੁਸੀਂ ਹਰਿੰਦਰ ਕਿਹੜੇ ਪਿੱਛੇ ਟੌੜਾ ਸਾਹਿਬ ਦੇ ਜਿਹੜੇ ਹੈਗੇ ਸੀ ਉਹਨਾਂ ਦਾ ਵੀ ਇੱਕ ਬਿਆਨ ਆਇਆ ਸੀਗਾ ਕਿ ਇਹ ਪਾਰਟੀ ਦੇ ਵਿੱਚੋਂ ਇਹ ਹਟਣ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਆਪੇ ਜੇ ਹਟਣ ਦਾ ਤਾਂ ਸਵਾਲ ਤਾਂ ਹੁੰਦਾ ਨਾ, ਜਿਹੜੇ ਮੰਗ ਕੀਤੇ ਤੇ ਵੀ ਹਟਣ ਜੇ ਉਹ ਆਪੇ ਕਿੱਥੋਂ ਹਟ ਜਾਣਗੇ। ਉਹ ਵਿੱਚੋਂ ਅੰਦਰਲੇ ਜਿਹੜੇ ਸੂਤਰ ਨੇ ਉਹ ਪਾਰਟੀ ਦੇ ਇਹ ਵੀ ਕਹਿੰਦੇ ਜਦੋਂ ਆਪਣਾ ਇਲੈਕਸ਼ਨ ਖਤਮ ਹੋਇਆ, ਕਹਿੰਦੇ ਉਸ ਤੋਂ ਬਾਅਦ ਪਾਰਟੀ ਨੇ ਮਨ ਬਣਾ ਲਿਆ ਸੀਗਾ, ਕੋਰ ਕਮੇਟੀ ਨੇ ਵੀ ਇਸ ਵਾਰੀ ਪ੍ਰਧਾਨ ਸਾਹਿਬ ਨੂੰ ਕਹਿੰਦੇ ਥੋੜ੍ਹਾ ਜਿਹਾ ਰੈਸਟ ਦੇਵਾਂਗੇ, ਪਰ ਕਹਿੰਦੇ ਜਦੋਂ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਹੋਣ ਲੱਗੀ ਕਹਿੰਦੇ ਵੱਡੇ ਬਾਦਲ ਸਾਹਿਬ ਵੀ ਨਾਲ ਆ ਗਏ ਤੇ ਉਹ ਫਿਰ ਕਹਿੰਦੇ ਵੀ ਚਿੱਟੀ ਦਾੜੀ ਦੇਖ ਕੇ ਉਹਨਾਂ ਦੀ ਸੁਖਬੀਰ ਬਾਦਲ ਉਹਨਾਂ ਦੀ ਵੀ ਚਿੱਟੀ ਆ, ਉਹਨਾਂ ਦੀ ਜ਼ਿਆਦਾ ਚਿੱਟੀ ਦਾੜੀ ਦੇਖ ਕੇ ਵੱਡੇ ਬਾਦਲ ਸਾਹਿਬ ਦੀ, ਤੇ ਉਹ ਕਹਿੰਦੇ ਵੀ ਵੀ ਕੋਈ ਗੱਲ ਨਹੀਂ, ਵੀ ਇੱਕ ਮੌਕਾ ਹੋਰ ਦੇ ਦਿੰਦੇ ਆ। ਕਹਿੰਦੇ ਲਿਹਾਜ਼ ਵੀ ਹੁੰਦੀ ਆ ਕੋਈ ਬਜ਼ੁਰਗਾਂ ਦੀ, ਤੇ ਸਰਪ੍ਰਸਤ ਨੇ ਖੈਰ ਪਾਰਟੀ ਦੇ, ਖੈਰ ਉਹਨਾਂ ਦੀ ਇੰਟਰਨਲ ਮੈਟਰ ਹੈ, ਉਹ ਉਹਨਾਂ ਨੇ ਕਿਵੇਂ ਅੱਗੇ ਆਉਣਾ ਉਹ ਆਪਣਾ ਜਿਹੜਾ ਟੀਚਾ ਉਹ ਆਪਣੇ ਆਪ ਦੇਖਣਗੇ। ਦੂਜੀ ਪਾਰਟੀ ਦੀ ਗੱਲ ਕਰ ਲੈਂਦੇ ਆ, ਕਾਂਗਰਸ ਹੈ, ਇੰਡੀਅਨ ਨੈਸ਼ਨਲ ਕਾਂਗਰਸ ਜਿਹੜਾ ਮੇਨ ਇਕਾਈ ਆ ਉਹ ਮੰਨੀ ਜਾਂਦੀ ਹੈ। ਉੱਥੇ ਵੀ ਰੌਲਾ ਚੱਲ ਰਿਹਾ, G23 ਵਾਲੇ ਉਹ ਅੱਡ ਝੰਡਾ ਚੱਕੀ ਫਿਰਦੇ ਆ। ਪੰਜਾਬ ਦੇ ਵਿੱਚ ਆਪਾਂ ਦੇਖਿਆ ਕੀ ਹੋਇਆ, ਪੰਜਾਬ ਦੇ ਵਿੱਚ ਸੁਣਨ ਨੂੰ ਆਇਆ ਕਿ ਕਹਿੰਦੇ ਜੇ 18 ਬੰਦੇ ਜਿੱਤੇ ਆ ਤਾਂ 18 ਧੜੇ ਨੇ ਪੰਜਾਬ 'ਚ ਕਾਂਗਰਸ ਦੇ। ਅੱਜ ਵੀ ਰਾਜਾ ਵੜਿੰਗ ਹੋਣੀ ਜਿਹੜੇ ਉਹ ਅੰਮ੍ਰਿਤਸਰ ਗਏ ਸੀਗੇ, ਅੰਮ੍ਰਿਤਸਰ ਈਸਟ ਤੋਂ ਚੋਣ ਲੜੇ ਸੀਗੇ, ਨਵਜੋਤ ਸਿੰਘ ਸਿੱਧੂ ਉੱਥੇ ਹੈ ਨਹੀਂ ਸੀ, ਉਹ ਕਿਧਰੇ ਹੋਰ ਗਏ ਹੋਏ ਸੀਗੇ, ਤੇ ਜੀ ਉਹ ਲੁਧਿਆਣੇ ਗਏ ਹੋਏ ਸੀਗੇ। ਆਸ਼ੂ ਸਾਹਿਬ ਹੋਣੀ ਉਹ ਨਾਲ ਸੀਗੇ ਰਾਜਾ ਵੜਿੰਗ ਹੋਣਾ ਦੇ, ਤੇ ਰੰਧਾਵਾ ਹੋਣਾ ਦਾ ਹਜੇ ਤਾਂ ਕੁਝ ਪਤਾ ਨਹੀਂ ਕਿ ਉਹ ਘਰੇ ਸੀ ਜਾਂ ਕਿਸੇ ਦੇ ਨਾਲ ਸਰਗਰਮ ਸੀਗੇ। ਦੂਜੇ ਪਾਸੇ ਇੱਕ ਪੰਜਾਬ ਦੇ ਵਿੱਚ ਇਹ ਹਾਲ ਹੈ, ਆਪਾਂ ਨੂੰ ਲੱਗਦਾ ਸ਼ਾਇਦ ਕਾਂਗਰਸ ਦਾ ਪੰਜਾਬ ਦੇ ਵਿੱਚ ਹੀ ਇਹ ਹਾਲ ਹੈ। ਦੂਜੇ ਪਾਸੇ ਜਿੱਥੇ ਗੁਜਰਾਤ ਦੀ ਹੁਣ ਗੱਲਾਂ ਚੱਲੀਆਂ ਸੀ, ਜਿੱਥੇ ਜਾ ਕੇ ਜਿਹੜਾ ਚਰਖਾ ਜਿਹੜਾ ਕੱਤਿਆ ਸੀਗਾ ਭਗਵੰਤ ਮਾਨ ਹੋਣਾ ਨੇ, ਉੱਥੇ ਹੁਣ ਕਾਰਜਕਾਰੀ ਪ੍ਰਧਾਨ ਨੇ ਗੁਜਰਾਤ ਕਾਂਗਰਸ ਦੇ ਹਾਰਦਿਕ ਪਟੇਲ। ਪਾਰਟੀਦਾਰ ਜਿਹੜਾ ਅੰਦੋਲਨ ਹੋਇਆ ਸੀ ਉਹਦੇ ਚੋਂ ਨਿਕਲੇ ਸੀਗੇ ਇਹ, ਬੜਾ ਇਹਨਾਂ ਦੇ ਪਿੱਛੇ ਯੂਥ ਲੱਗਿਆ ਸੀ, ਤੇ ਉਸ ਟਾਈਮ ਇਹਨਾਂ ਨੇ ਜੜਾਂ BJP ਦੀਆਂ ਉੱਥੇ ਹਿਲਾ ਦਿੱਤੀਆਂ ਸੀ। ਕਾਂਗਰਸ ਕਹਿੰਦੀ ਬੰਦਾ ਵਧੀਆ ਨਾਲ ਲੈ ਲਓ, ਉਹਨਾਂ ਨੇ ਨਾਲ ਲਿਆ, ਉਹਨਾਂ ਨੇ ਵੋਟਾਂ ਵੀ ਲੜਾਈਆਂ, ਪ੍ਰਧਾਨ ਚੁਣ ਲਿਆ। ਉਹੀ ਨਵਜੋਤ ਸਿੰਘ ਸਿੱਧੂ ਵਾਲੀ ਗੱਲ, ਕਹਿੰਦੇ ਜੀ ਮੇਰੀ ਕੋਈ ਸੁਣਦਾ ਨਹੀਂ, ਲੱਤਾਂ ਲੋਕੀ ਖਿੱਚੀ ਜਾਂਦੇ ਨੇ, ਤੇ ਕਹਿੰਦੇ ਮੈਂ ਇਹ ਜੇ ਕਹਿੰਦਾ ਮੈਂ ਬੜਾ ਨਿਰਾਸ਼ ਹਾਂ। ਕਹਿੰਦੇ ਮੈਂ ਰਾਹੁਲ ਗਾਂਧੀ ਉਹਨਾਂ ਨੂੰ ਵੀ ਬੜੀ ਵਾਰੀ ਮੀਟਿੰਗ ਕੀਤੀ ਹੈ, ਫੋਟੋ ਪਾਉਂਦੇ ਰਹਿੰਦੇ ਆ, ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਭਾਈ ਸਾਹਿਬ ਆਹ ਕੰਮ ਚੱਲ ਰਿਹਾ, ਉਹ ਕਹਿੰਦੇ ਕੋਈ ਨਹੀਂ ਕਾਕਾ ਦੇਖ ਲੈਂਦੇ ਆ, ਤੇ ਦੇਖਿਆ ਕਹਿੰਦੇ ਹੈ ਨਹੀਂ ਮੁੜ ਕੇ, ਤੇ ਹੁਣ ਗੱਲਾਂ ਉੱਡਣ ਲੱਗ ਗਈਆਂ ਕਿ ਹੋ ਸਕਦਾ ਆਮ ਆਦਮੀ ਪਾਰਟੀ ਦੇ ਵਿੱਚ ਆ ਜਾਣ। ਤੇ ਕਾਂਗਰਸ ਮਤਲਬ ਕਿਵੇਂ ਕਿ ਕੋਈ ਫਾਰਮ ਭਰਾਉਂਦੇ ਨੇ ਵੀ ਤੁਸੀਂ ਆਉਣ ਤੋਂ ਪਹਿਲਾਂ ਆਉਣ ਤੋਂ ਬਾਅਦ 3-4 ਲੜਾਈਆਂ ਲੜੋਗੇ ਤਾਂ ਜਾ ਕੇ ਪ੍ਰਧਾਨਗੀ ਮਿਲਣੀ ਹੈ, ਕੀ ਹੋ ਕੀ ਰਿਹਾ? ਦੇਖੋ ਇਹਦੇ ਪਿੱਛੇ ਨਾ ਕਾਫੀ ਡੂੰਘੀ ਸਿਆਸਤ ਹੈ। ਤੁਸੀਂ ਇਹਦੇ 'ਚ 2 ਧੜੇ ਨੇ, ਕਾਂਗਰਸ ਦੇ ਵਿੱਚ ਵੀ 2 ਧੜੇ ਨੇ। ਹੁਣ G23 ਦੀ ਤੁਸੀਂ ਗੱਲ ਕੀਤੀ ਹੈ ਤਾਂ ਜਿਹੜਾ ਦਿੱਲੀ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਉਹ ਸਾਰਾ ਦਾ ਸਾਰਾ ਉਹਦੇ ਪਿੱਛੇ ਵੀ ਬਹੁਤ ਲੰਬੀ ਕਹਾਣੀ ਹੈ। ਹੁਣ ਤੁਸੀਂ ਯਾਦ ਕਰੋ ਪਹਿਲਾਂ ਇੱਕ ਧੜਾ ਹੋਇਆ ਕਰਦਾ ਸੀ ਸੋਨੀਆ ਗਾਂਧੀ ਦਾ। ਸੋਨੀਆ ਗਾਂਧੀ ਦੇ ਧੜੇ ਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਬਜ਼ੁਰਗ ਜਿਹੜੇ ਕਾਂਗਰਸੀ ਸੀਗੇ ਸਾਰੇ ਉਹ ਸੀਗੇ ਜਿਹੜੇ ਪੁਰਾਣੇ ਸੀਗੇ। ਉਦੋਂ ਬਾਅਦ ਜਦੋਂ ਕਮਾਂਡ ਆਈ ਰਾਹੁਲ ਗਾਂਧੀ ਦੇ ਹੱਥ ਦੇ ਵਿੱਚ ਤਾਂ ਫਿਰ ਉਹਨਾਂ ਦਾ ਇੱਕ ਵੱਖਰਾ ਧੜਾ ਖੜਾ ਹੋਇਆ। ਉਹਦੇ ਵਿੱਚ ਸਾਰੇ ਨੌਜਵਾਨ ਲੱਗੇ, ਜਿਹਦੇ ਵਿੱਚ ਤੁਸੀਂ ਮਾਧੋਰਾ ਸਿੰਧੀਆ ਦੇ ਮੁੰਡੇ ਜਿਹੜਾ ਸੀਗਾ ਜੋਤਿਰਾਦਿੱਤ ਸਿੰਧਿਆ ਹੋ ਗਿਆ, ਜਿਹੜਾ ਰਾਜਸਥਾਨ ਵਾਲੇ ਸੀਗੇ ਜਿਹੜਾ ਡਿਪਟੀ ਬਣਨ ਨੂੰ ਫਿਰਦੇ ਸੀਗੇ ਪਿੱਛੇ ਜੇ ਸਚਿਨ ਪਟੇਲ, ਉਹ ਸੀਗੇ, ਹੋਰ ਬਹੁਤ ਸਾਰੇ ਇੱਦਾਂ ਦੇ ਆਗੂ ਸੀਗੇ ਜਿਹੜੇ ਲੱਗੇ ਸੀਗੇ ਇਹਨਾਂ ਦੇ ਨਾਲ। ਰਾਹੁਲ ਗਾਂਧੀ ਦੇ ਉੱਤੇ ਭਰੋਸਾ ਕਰਕੇ ਇੱਕ ਵੱਖਰਾ ਧੜਾ ਇਹਨਾਂ ਦਾ ਖੜਾ ਹੋਇਆ ਸੀ।
ਤੇ ਉਹਦੇ ਨਾਲ ਜਿਹੜਾ ਉਹ ਜੋ ਫੈਸਲਾ ਲੈਂਦੇ ਸੀਗੇ, ਨੌਜਵਾਨਾਂ ਨੂੰ ਅੱਗੇ ਲਿਆਉਣ ਲਈ ਕਰ ਰਹੇ ਸੀ, ਬਜ਼ੁਰਗਾਂ ਨੂੰ ਪਿੱਛੇ ਸਾਰਾ ਕਰਦੇ ਜਾ ਰਹੇ ਸੀ ਰਾਹੁਲ ਗਾਂਧੀ। ਤੇ ਉਹ ਜਿਹੜਾ ਸੋਨੀਆ ਗਾਂਧੀ ਵਾਲਾ ਧੜਾ ਸੀਗਾ, ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਸੀਗੇ, ਉਹ ਸਾਰਾ ਦਾ ਸਾਰਾ ਜਿਹੜਾ ਧੜਾ ਸੀਗਾ ਉਹ ਨਾਰਾਜ਼ ਹੋ ਰਿਹਾ ਸੀ ਰਾਹੁਲ ਗਾਂਧੀ ਦੇ ਜਿਹੜੀਆਂ ਕਾਰਗੁਜ਼ਾਰੀਆਂ ਨਾਲ, ਕਿਉਂਕਿ ਉਹਨਾਂ ਸਾਰਿਆਂ ਨੂੰ ਜਿਹੜੇ ਬਜ਼ੁਰਗ ਸਿਆਸਤਦਾਨ ਸੀ ਕਾਂਗਰਸ ਦੇ, ਉਹਨਾਂ ਸਾਰਿਆਂ ਨੂੰ ਪਿੱਛੇ ਕਰਦੇ ਚਲੇ ਜਾ ਰਹੇ ਸੀ। ਤਾਂ ਫਿਰ ਅਚਾਨਕ ਪਾਸਾ ਪਲਟਿਆ। ਇੱਕ ਵੱਡੀਆਂ ਹਾਰਾਂ ਤੋਂ ਬਾਅਦ ਰਾਹੁਲ ਗਾਂਧੀ ਨੇ ਜਿਹੜਾ ਉਹ ਸਾਥ ਛੱਡਤਾ, ਉਹ ਪ੍ਰਧਾਨਗੀ ਛੱਡਤੀ। ਤਾਂ ਜਦੋਂ ਪ੍ਰਧਾਨਗੀ ਛੱਡੀ ਤਾਂ ਵਾਪਸ ਜਿਹੜੀ ਆ ਸੋਨੀਆ ਗਾਂਧੀ ਦੇ ਪਾਲੇ ਦੇ ਵਿੱਚ ਜਿਹੜਾ ਉਹ ਸਾਰਾ ਪ੍ਰਧਾਨਗੀ ਉਹਨਾਂ ਦੇ ਹੱਥ ਚਲੀ ਗਈ। ਜਦੋਂ ਉਹਨਾਂ ਦੇ ਹੱਥ 'ਚ ਗਈ ਤਾਂ ਫਿਰ ਉਸ ਤੋਂ ਮਗਰੋਂ ਜਿਹੜਾ ਧੜਾ ਰਾਹੁਲ ਗਾਂਧੀ ਦੇ ਨਾਲ ਖੜਾ ਸੀਗਾ ਉਹ ਬਿਲਕੁਲ ਆਪਣੇ ਆਪ ਦੇ ਵਿੱਚ ਅਨਾਥ ਹੋ ਗਿਆ, ਕਿਉਂਕਿ ਰਾਹੁਲ ਗਾਂਧੀ ਉਹਨਾਂ ਨਾਲ ਖੜੇ ਨਹੀਂ। ਜਿਹੜੇ ਦੂਜੇ ਪੁਰਾਣੇ ਬਜ਼ੁਰਗ ਸਿਆਸਤਦਾਨ ਸੀ ਉਹ ਫਿਰ ਦੁਬਾਰਾ ਹਾਵੀ ਹੋ ਗਏ, ਉਹਨਾਂ ਦੇ ਨਾਲ ਜ਼ਿਆਦਤੀਆਂ ਹੋਣ ਲੱਗ ਪਈਆਂ ਪਾਰਟੀਆਂ ਦੇ ਅੰਦਰ ਦੇ ਵਿੱਚ। ਉਹ ਜਦੋਂ ਪਾਰਟੀ ਦੇ ਅੰਦਰ ਜ਼ਿਆਦਤੀਆਂ ਹੋਈਆਂ ਤਾਂ ਫਿਰ ਉਹ ਹੌਲੀ ਹੌਲੀ ਜਿਹੜੇ ਸੀਗੇ ਉਹ ਆਪਣੇ ਆਪ ਨੂੰ ਨੈਗਲੈਕਟਿਡ ਫੀਲ ਕਰਨ ਲੱਗੇ। ਜਦੋਂ ਨੈਗਲੈਕਟਿਡ ਫੀਲ ਕਰਨ ਲੱਗੇ ਤਾਂ ਫਿਰ ਉਹ ਉਹਨਾਂ ਦੇ ਵਿੱਚੋਂ ਸਾਰੇ ਦੇ ਸਾਰੇ ਜਿਹੜੇ ਆ ਪਾਰਟੀ ਛੱਡ ਕੇ ਜਾਣ ਲੱਗ ਪਏ। ਚਾਹੇ ਉਹ ਤੁਸੀਂ ਜੋਤਿਰਾਦਿੱਤ ਸਿੰਧੀਆ ਲਾ ਲਓ, ਚਾਹੇ ਤੁਸੀਂ ਸਚਿਨ ਪਟੇਲ ਲਾ ਲਓ, ਚਾਹੇ ਤੁਸੀਂ ਹੋਰ ਬਹੁਤ ਸਾਰੇ ਜਿਹੜੇ ਕਾਂਗਰਸੀ ਸੀਗੇ ਉਹ ਆਗੂ ਜਿਹੜੇ ਸਾਊਥ ਦੇ ਤੇ ਹੋਰ ਸੀਗੇ ਉਹ ਵੀ ਲਾ ਲਓ। ਇਹ ਸਾਰੇ ਦੇ ਸਾਰੇ ਪਾਰਟੀ ਛੱਡ ਕੇ ਜਾਣ ਲੱਗ ਪਏ। ਇਹਨਾਂ ਦੇ ਵਿੱਚ ਜਿਹੜੀ ਧੜੇਬੰਦੀ ਆ, ਉਹ ਧੜੇਬੰਦੀ ਜਿਹੜੀ ਆ ਉਹ ਸੋਨੀਆ ਤੇ ਰਾਹੁਲ ਗਾਂਧੀ ਵੀ ਹੈਗੀ। ਹੁਣ ਇੱਕ ਧੜਾ ਜਿਹੜਾ ਉਹ ਪ੍ਰਿਯੰਕਾ ਗਾਂਧੀ ਦਾ ਵੀ ਖੜਾ ਹੋਇਆ ਹੁਣ। ਤਾਂ ਇਹਦੇ ਵਿੱਚ ਸਾਰੀ ਦੀ ਸਾਰੀ ਗਲਤੀ, ਮੈਂ ਇਹ ਕਹਾਂਗਾ ਵੀ ਸਾਰੀ ਦੀ ਸਾਰੀ ਗਲਤੀ ਜਿਹੜੀ ਆ ਉਹ ਰਾਹੁਲ ਗਾਂਧੀ ਉਹਨਾਂ ਦੀ ਹੈ। ਰਾਹੁਲ ਗਾਂਧੀ ਨੂੰ ਚਾਹੀਦਾ ਸੀ ਕਿ ਜਿਹੜੇ ਉਹਨਾਂ ਦੇ ਧੜੇ ਦੇ ਬੰਦੇ ਨੇ ਉਹਨਾਂ ਦੇ ਨਾਲ ਉਹ ਡਟ ਕੇ ਖਲੋਂਦੇ, ਉਹਨਾਂ ਨੂੰ ਪਾਰਟੀ ਦੇ ਵਿੱਚ ਬਣਦਾ ਉਹਨਾਂ ਦਾ ਹੱਕ ਦਿਵਾਉਂਦੇ। ਹੁਣ ਹਾਰਦਿਕ ਪਟੇਲ ਵੀ ਤਾਂ ਰਾਹੁਲ ਗਾਂਧੀ ਉਹਨਾਂ ਦੀ ਧੜੇ ਦੇ ਬੰਦੇ ਨੇ ਤੇ ਉਹਨਾਂ ਨੂੰ ਜਦੋਂ ਉਹ ਵਿੱਚ ਜਿਹੜਾ ਉਹ ਉਸ ਟਾਈਮ ਉਹਨਾਂ ਨੂੰ ਲੈ ਤਾਂ ਆਉਂਦੇ, ਉਹਨਾਂ ਨੇ ਨਵਜੋਤ ਸਿੱਧੂ ਵੀ ਰਾਹੁਲ ਗਾਂਧੀ ਦੇ ਧੜੇ ਦੇ ਬੰਦੇ ਨੇ, ਲੈ ਤਾਂ ਆਏ ਇਹ, ਪਰ ਉਦੋਂ ਮੁੜ ਕੇ ਬੈਕਅਪ ਨਹੀਂ ਕਰ ਸਕੇ, ਉਹਨਾਂ ਨੂੰ ਸਪੋਰਟ ਨਹੀਂ ਕੀਤੀ। ਜੋ ਕੁਝ ਪਾਰਟੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ, ਹੁਣ ਮੇਰੀ ਗੱਲ ਸੁਣੋ, ਲਿਆ ਤਾਂ ਇਹਨਾਂ ਨੇ ਰਾਹੁਲ ਗਾਂਧੀ ਨੇ ਲਿਆਂਦਾ ਸੀ ਇਹਨਾਂ ਨੂੰ, ਨਵਜੋਤ ਸਿੱਧੂ ਉਹਨਾਂ ਨੂੰ, ਤੇ ਪਰੇਸ਼ਾਨੀ ਕਿਹਦੇ ਤੋਂ ਹੋਈ? ਸੋਨੀਆ ਗਾਂਧੀ ਦੇ ਧੜੇ ਦੇ ਬੰਦੇ ਕੈਪਟਨ ਅਮਰਿੰਦਰ ਸਿੰਘ ਤੋਂ। ਉਹਨਾਂ ਨੂੰ ਉਹ ਕੁਛ ਦੇਰ ਬੈਕਅਪ ਕੀਤਾ, ਲੇਕਿਨ ਮੁੜ ਕੇ ਬਿਲਕੁਲ ਛੱਡ ਗਏ, ਅਨਾਥ ਛੱਡ ਗਏ ਉਹਨਾਂ ਨੂੰ। ਤੇ ਫਿਰ ਕੀ ਹੋਇਆ? ਅਲਟੀਮੇਟਲੀ ਕੀ ਹੋਇਆ ਕਿ ਉਹ ਸਾਰਾ ਦਾ ਸਾਰਾ ਸਿਸਟਮ ਜਿਹੜਾ ਉਹ ਕਲੈਪਸ ਕਰ ਗਿਆ। ਇੱਦਾਂ ਹੀ ਜਿਹੜਾ ਹਾਰਦਿਕ ਪਟੇਲ ਦੀ ਤੁਸੀਂ ਗੱਲ ਕਰ ਰਹੇ ਹੋ, ਹਾਰਦਿਕ ਪਟੇਲ ਦੇ ਵਿੱਚ ਵੀ ਉਹਨਾਂ ਨੇ ਲੈ ਕੇ ਤਾਂ ਉਹਨਾਂ ਨੂੰ ਉਹੀ ਆਏ ਸੀ ਨਾ, ਤੇ ਜਦੋਂ ਹੁਣ ਉਹੀ ਨਹੀਂ ਬੈਕਅਪ ਕਰ ਰਹੇ ਤਾਂ ਫਿਰ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਪਾਰਟੀ ਦੇ ਵਿੱਚ ਤਾਂ ਆਪਣੇ ਆਪ ਨੂੰ ਅਨਾਥ ਹੀ ਸਮਝਣਗੇ ਨਾ ਉਹ, ਵੀ ਜਦੋਂ ਮੇਰਾ ਕੋਈ ਆਕਾ ਹੀ ਨਹੀਂ ਹੈਗਾ, ਗੋਡ ਫਾਦਰ ਹੀ ਨਹੀਂ ਹੈਗਾ, ਤੇ ਮੈਂ ਕਿੱਧਰ ਜਾਊਂਗਾ। ਇਹੀ ਕਾਰਨ ਹੈ ਕਿ ਉਹਦੇ ਵਿੱਚੋਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ, ਤੇ ਜਿਹੜਾ ਸੋਨੀਆ ਗਾਂਧੀ ਵਾਲਾ ਧੜਾ ਉਹ ਹਾਵੀ ਹੋ ਚੁੱਕਿਆ। ਤੇ ਜਦੋਂ ਉਹ ਹਾਵੀ ਹੋ ਚੁੱਕਿਆ ਤਾਂ ਫਿਰ ਹੁਣ ਉਹਨਾਂ ਕੋਲ ਪਾਰਟੀ ਬਦਲਣ ਤੋਂ ਇਲਾਵਾ ਉਹਨਾਂ ਕੋਲ ਕੋਈ ਚਾਰਾ ਨਹੀਂ ਰਹਿ ਜਾਣਾ। ਤੇ ਜੇ ਉਹ ਪਾਰਟੀ ਬਦਲਦੇ ਨੇ ਤੇ ਮੈਂ ਧੜੱਲੇ ਨਾਲ ਇੱਕ ਗੱਲ ਕਹਿ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡੇ ਲੀਡਰ ਬਣ ਕੇ ਉੱਭਰਨਗੇ, ਕਿਉਂਕਿ ਜੇ ਉਹ ਆਮ ਆਦਮੀ ਪਾਰਟੀ 'ਚ ਆਉਂਦੇ ਨੇ ਤਾਂ ਇੱਕ ਵੱਡੀ ਗੱਲ ਉਹਨਾਂ ਦੇ ਲਈ ਬਣ ਕੇ ਨਿਕਲੇਗੀ ਸਾਹਮਣੇ। ਕਿਉਂਕਿ ਜਦੋਂ ਆਪਾਂ ਉਹਨਾਂ ਦੇ ਸਪੀਚਿਸ ਸੁਣਦੇ ਹਾਂ, ਗੱਲਾਂ ਸੁਣਦੇ ਹਾਂ, ਉਹਨਾਂ ਦਾ ਥਾਟ ਪ੍ਰੋਸੈਸ ਦੇਖਦੇ ਹਾਂ ਕਿ ਦਿਮਾਗ ਚੱਲਦਾ ਕਿਵੇਂ ਹੈ, ਉਹ ਆਮ ਆਦਮੀ ਪਾਰਟੀ ਦੀ ਲੀਹ ਦੇ ਉੱਪਰ ਬਿਲਕੁਲ ਚੱਲਦਾ ਹੈ। ਜੇ ਇਹ ਤਿੰਨ ਤਿਕੜੀ ਹੈ ਜਿਹੜੀ ਉਸ ਟਾਈਮ ਨਿਕਲੀ ਸੀਗੀ, ਹਾਰਦਿਕ ਪਟੇਲ ਹੈ, ਜਗਮੇਸ਼ ਮੇਵਾਨੀ ਹੈ, ਇਹ ਵੀ ਉੱਥੋਂ ਹੀ ਨੇ, ਗੁਜਰਾਤ ਤੋਂ, ਇਹ ਪਿਛੜੇ ਭਾਈਚਾਰੇ ਦੇ ਲੀਡਰ ਨੇ, ਤੇ ਤੀਜੇ ਸੀਗੇ ਕਨਈਆ ਕੁਮਾਰ ਵੀ ਇਸ ਟਾਈਮ ਜਿਹੜੇ ਨੇ ਉਹ ਕਾਂਗਰਸ ਦੇ ਵਿੱਚ ਨੇ, ਤੇ ਇਸ ਟਾਈਮ ਜਿਹੜੇ ਹਾਰਦਿਕ ਪਟੇਲ ਨੇ ਉਹ ਵੀ ਕਾਂਗਰਸ ਦੇ ਵਿੱਚ ਨੇ। ਜੇ ਇਹ ਯੂਥ ਲੀਡਰ ਹੈ ਆਮ ਆਦਮੀ ਪਾਰਟੀ ਹੈ, ਇਹ ਇਕੱਠੇ ਕਰਨ ਦੇ ਵਿੱਚ ਗੁਜਰਾਤ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਜੇ ਇਹ ਆਪਣੇ ਜੈਕ ਕਿਤੋਂ ਲਾ ਲੈਂਦੇ ਨੇ ਤਾਂ ਇਹਨਾਂ ਦਾ ਸੀਟ ਹੈ ਜਿਹੜਾ ਇਹਨਾਂ ਦਾ ਟਰੱਕ ਹੈ ਇਹ ਇਹਨਾਂ ਦੇ ਕਾਂਗਰਸ ਦੇ ਉੱਪਰ ਹੋ ਜਾਣਾ। ਤੇ ਹੁਣ ਜਿਹੜੀ ਇਹਨਾਂ ਕੋਲੇ ਮਾੜੀ ਮੋਟੀ ਆਪੋਜੀਸ਼ਨ ਵਾਲੀ ਰਹਿ ਗਈਆਂ ਕੁਰਸੀਆਂ, ਜਾਂ ਮੈਨੂੰ ਲੱਗਦਾ ਉਹ ਵੀ ਚੁਕਾ ਕੇ ਤੇ ਉਹਨਾਂ ਨੇ ਪੇਂਟ ਕਰਾ ਕੇ ਆਮ ਆਦਮੀ ਪਾਰਟੀ ਉਹਦੇ ਤੇ ਲਿਖਾ ਲੈਣਾ। ਖੈਰ ਆਪਾਂ ਅੱਗੇ ਵਧਦੇ ਹਾਂ ਜੀ, ਤੀਜੀ ਪਾਰਟੀ ਦੀ ਹੁਣ ਗੱਲ। ਥੋੜੀ ਜਿਹੀ ਮੈਂ ਨਾਲ ਇੱਕ ਹੋਰ ਗੱਲ ਕਰਾਂਗਾ। ਤੁਹਾਨੂੰ ਯਾਦ ਹੋਏਗਾ ਦਿੱਲੀ ਚੋਣਾਂ ਜਦੋਂ ਹੋਈਆਂ ਸੀਗੀਆਂ, ਦਿੱਲੀ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਅਰਵਿੰਦ ਕੇਜਰੀਵਾਲ ਉਹਨਾਂ ਨੇ ਬਹੁਤ ਮਿੰਨਤਾਂ ਕੀਤੀਆਂ ਸੀ ਕਾਂਗਰਸ ਨੂੰ ਵੀ ਆ ਜਾਓ ਸਾਡੇ ਨਾਲ, ਆਪਾਂ ਮਿਲ ਕੇ ਚੋਣਾਂ ਲੜ ਲੈਂਦੇ ਹਾਂ। ਤੇ ਇਹਨਾਂ ਨੇ ਉਸ ਟਾਈਮ ਮਨਾ ਕਰ ਦਿੱਤਾ ਸੀਗਾ ਜੀ ਅਸੀਂ ਨਹੀਂ ਲੜਦੇ ਤੁਹਾਡੇ ਨਾਲ ਰਲ ਕੇ। ਫਿਰ ਕੀ ਨਤੀਜਾ ਨਿਕਲਿਆ? ਅੱਜ ਉਹ ਪੂਰੇ ਪ੍ਰਚੰਡ ਬਹੁਮਤ ਦੇ ਨਾਲ ਜਿਹੜੇ ਦਿੱਲੀ ਦੇ ਉੱਤੇ ਰਾਜ ਕਰ ਰਹੀ ਆ ਆਮ ਆਦਮੀ ਪਾਰਟੀ। ਸ਼ੀਲਾ ਦੀਕਸ਼ਿਤ ਕਹਿੰਦਾ ਸੀ ਕਿ ਇਹਨਾਂ ਨੇ ਇਲੈਕਸ਼ਨ ਦੇਖਣਾ ਨਹੀਂ। ਠੀਕ ਹੈ, ਹੁਣ ਤੁਸੀਂ ਦੇਖੋ ਇਹੋ ਹਾਲਾਤ ਜੇਕਰ ਉੱਥੇ ਗੁਜਰਾਤ ਦੇ ਵਿੱਚ ਵੀ ਇਹ ਕਰ ਲੈਣ ਦੇ ਆਪਸ ਦੇ ਵਿੱਚ ਮਿਲ ਕੇ ਚੱਲਣ ਤਾਂ ਇਹ ਵੱਡਾ ਲੈਵਲ ਦੇ ਉੱਤੇ ਇਹਨਾਂ ਦਾ ਨਤੀਜਾ ਨਿਕਲ ਕੇ ਸਾਹਮਣੇ ਆਉਂਦਾ। ਪਰ ਜੇ ਇਹ ਅੱਡ ਰਹਿੰਦੇ ਨੇ ਤਾਂ ਫਿਰ ਉਹਨਾਂ ਦਾ ਹਾਲ ਉਹੀ ਹੋ ਜਾਣਾ, ਆਮ ਆਦਮੀ ਪਾਰਟੀ ਉੱਭਰੇਗੀ, ਇਹ ਗੱਲ ਪੱਕੀ ਆ ਆਉਣ ਵਾਲੇ ਟਾਈਮ 'ਚ। ਆਮ ਆਦਮੀ ਪਾਰਟੀ ਦੀ ਆਪਾਂ ਗੱਲ ਕਰ ਲੈਂਦੇ ਹਾਂ। ਇਸ ਵੇਲੇ ਪੰਜਾਬ ਦੇ ਵਿੱਚ ਕਹਿੰਦੇ ਕੱਲ੍ਹ ਨੂੰ ਵੱਡਾ ਇੱਕ ਕੋਈ ਕਹਿੰਦੇ ਹਵਾ ਦਾ ਬੁੱਲਾ ਆਉਣ ਲੱਗਿਆ, ਠੰਡੀ ਦਾ ਐਡੀ ਜਿਹੜੀ ਲੂ ਚੱਲ ਰਹੀ ਉਹਦੇ ਵਿੱਚ, ਤੇ ਗੱਲਾਂ ਇਹ ਚੱਲ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹ ਵੀ ਵਿੱਚੋਂ ਜਿਹੜੇ ਦਬੜੂ ਕੁਸਲੂ ਜੇ ਕਹੀ ਜਾਂਦੇ ਨੇ ਹੌਲੀ ਹੌਲੀ ਕਿ ਭਾਈ
ਕੱਲ ਕਹਿੰਦੇ ਫਿਰ ਕਰ ਦੇਣੀ ਆ 300 ਯੂਨਿਟ ਵਾਲੀ ਗੱਲ। ਪਰ ਜਦੋਂ ਆਪਾਂ ਗੱਲ ਕਰਦੇ ਹਾਂ ਪਾਵਰਕਾਮ ਦੇ ਅਧਿਕਾਰੀਆਂ ਦੀ, ਉਹ ਦੂਜੇ ਪਾਸੇ ਕਹਿੰਦੇ ਹੋ ਨਹੀਂ ਸਕਦਾ। ਕਹਿੰਦੇ ਨਾ ਸਾਡੇ ਕੋਲ ਕੋਲ ਹੈ, ਨਾ ਸਾਡੇ ਕੋਲ ਬਿਜਲੀ ਖਰੀਦਣ ਦੇ ਪੈਸੇ ਨੇ, ਕਹਿੰਦੇ ਅਸੀਂ 300 ਯੂਨਿਟ ਬਿਜਲੀ ਫ੍ਰੀ ਕਰਨੀ ਕਿਵੇਂ ਹੈ। ਹੁਣ ਇਹ ਕੰਟਰਾਡਿਕਟਰੀ ਹੋ ਜਾਂਦੀਆਂ, ਆਮਣੋ ਸਾਹਮਣੇ ਜਿਹੜੀ ਸਰਕਾਰ ਹੈ ਤੇ ਦੂਜੇ ਪਾਸੇ ਜਿਹੜੇ ਅਧਿਕਾਰੀ ਨੇ ਉਹ ਹੋ ਜਾਂਦੇ ਨੇ। ਹੁਣ ਭਾਵੇਂ 4 ਮੀਟਿੰਗਾਂ ਕੇਜਰੀਵਾਲ ਉਹਨਾਂ ਨੇ ਲੈ ਲੈਣ, ਜਦੋਂ ਕੋਲਾ ਹੈ ਹੀ ਨਹੀਂ, ਉਹਨਾਂ ਨੇ ਕਿਹੜਾ ਧੁੰਨੀ ਚੋਂ ਕੱਢ ਕੇ ਬਿਜਲੀ ਦੇਣੀ ਹੈ। ਇਹ ਕਿੱਥੋਂ ਆਏਗਾ ਬਿਜਲੀ ਤੇ ਕੋਲਾ ਕਿੱਥੋਂ ਆਏਗਾ? ਨਾਲੇ ਦੂਜੇ ਪਾਸੇ ਨੇ ਜਿਹੜੇ ਪਰ ਇਲੈਕਸ਼ਨ ਆਉਂਦੇ ਜਾ ਰਹੇ ਨੇ, ਆਮ ਆਦਮੀ ਪਾਰਟੀ ਦੀਆਂ ਮੁਸੀਬਤਾਂ ਵੱਧ ਨਹੀਂ ਰਹੀਆਂ। ਦੇਖੋ, ਇਹ ਗੱਲ ਤਾਂ ਸਾਫ਼ ਹੈ ਕਿ ਅਰਵਿੰਦ ਕੇਜਰੀਵਾਲ ਵੱਲੋਂ ਜਿਹੜੀਆਂ ਗਰੰਟੀਆਂ ਦਿੱਤੀਆਂ ਗਈਆਂ ਨੇ ਪੰਜਾਬ ਦੇ ਲੋਕਾਂ ਨੂੰ, ਉਹ ਗਰੰਟੀਆਂ ਉਹਨਾਂ ਨੂੰ ਪੂਰੀਆਂ ਕਰਨੀਆਂ ਪੈਣਗੀਆਂ ਬਾਏ ਹੁੱਕ ਐਂਡ ਬਾਏ ਕਰੁੱਕ। ਉਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ, ਭਾਵੇਂ ਇਹਨਾਂ ਨੂੰ ਕੁਛ ਮਰਜ਼ੀ ਕਰਨਾ ਪਵੇ, ਕਿਉਂਕਿ ਇਹਨਾਂ ਦੀ ਨਜ਼ਰ, ਅਰਵਿੰਦ ਕੇਜਰੀਵਾਲ ਦੀ ਨਜ਼ਰ ਸਿਰਫ ਪੰਜਾਬ ਜਿੱਤਣ ਦੇ ਉੱਤੇ ਨਹੀਂ ਹੈਗੀ। ਇਹਨਾਂ ਨੇ ਜੇਕਰ ਬਿਆਨਾਂ ਦੇ ਉੱਤੇ ਧਿਆਨ ਦਿਓ ਤਾਂ ਇਹ ਕਹਿੰਦੇ ਸੀ ਅਸੀਂ ਪੂਰੇ ਦੇਸ਼ ਦਾ ਸੁਧਾਰ ਕਰਨਾ ਚਾਹੁੰਦੇ ਹਾਂ। ਤਾਂ ਮਤਲਬ ਇਹ ਹੈ ਕਿ ਉਹਨਾਂ ਦੀ ਨਜ਼ਰ ਜਿਹੜੀ ਆ ਉਹ ਪੂਰੇ ਦੇਸ਼ ਦੀ ਜਿਹੜੀ ਸੱਤਾ ਹਾਸਲ ਕਰਨ ਦੇ ਉੱਤੇ ਆ, ਪ੍ਰਧਾਨ ਮੰਤਰੀ ਦੀ ਕੁਰਸੀ ਦੇ ਉੱਤੇ ਆ। ਤੇ ਉਹਦੇ ਲਈ ਇਹਨਾਂ ਨੂੰ ਰਾਜ ਦਰ ਰਾਜ ਜਿਹੜੀ ਆ ਉਹ ਜਿੱਤ ਹਾਸਲ ਕਰਨੀ ਪਏਗੀ। ਜੇਕਰ ਆਪਾਂ ਜਿਹੜਾ ਪ੍ਰਸ਼ਾਂਤ ਕਿਸ਼ੋਰ ਦੀ ਜਿਹੜੀ ਭਾਸ਼ਾ ਆਪਾਂ ਸੁਣੀਏ ਜਾਂ ਉਹਨਾਂ ਦਾ ਬਿਆਨ ਸੁਣੀਏ, ਤਾਂ ਉਹਦੇ 'ਚ ਉਹਨਾਂ ਦਾ ਕਹਿਣਾ ਹੈਗਾ ਕਿ 20 ਲੱਖ ਵੋਟ ਨਹੀਂ, ਇਹਨਾਂ ਨੂੰ 20 ਕਰੋੜ ਵੋਟ ਚਾਹੀਦੀ ਹੈ ਜੇਕਰ ਦੇਸ਼ ਜਿੱਤਣਾ ਤਾਂ 20 ਕਰੋੜ ਵੋਟਾਂ ਹਾਸਲ ਕਰਨ ਲਈ ਇਹਨਾਂ ਨੂੰ ਰਾਜ ਦਰ ਰਾਜ ਜਿੱਤ ਹਾਸਲ ਕਰਨੀ ਪਏਗੀ। ਤੇ ਉਹਦੇ ਲਈ ਹੁਣ ਆਉਣ ਵਾਲੇ ਸਮੇਂ ਦੇ ਵਿੱਚ 3 ਰਾਜਾਂ ਦੇ ਵਿੱਚ ਚੋਣਾਂ ਆ ਰਹੀਆਂ ਨੇ, ਹਿਮਾਚਲ, ਰਾਜਸਥਾਨ ਤੇ ਗੁਜਰਾਤ। ਜੇਕਰ ਉੱਥੇ ਇਹਨਾਂ ਨੂੰ ਆਪਣਾ ਮੂੰਹ ਦਿਖਾਉਣਾ ਹੈ ਤਾਂ ਉਹਦੇ ਲਈ ਇਹਨਾਂ ਨੂੰ 3 ਰਾਜਾਂ ਦੇ ਵਿੱਚ ਜਿਹੜੇ ਲੋਕਾਂ ਵਾਸਤੇ ਕੁਝ ਅਜਿਹਾ ਕਰਕੇ ਵਿਖਾਉਣਾ ਪਏਗਾ ਜਿਹਦੇ ਨਾਲ ਲੋਕ ਇਹਨਾਂ ਤੇ ਵਿਸ਼ਵਾਸ ਕਰਨ। ਤੇ ਉਹ ਵਿਸ਼ਵਾਸ ਬਹਾਲੀ ਲਈ ਇਹਨਾਂ ਨੇ ਜਿਹੜੀ ਪਹਿਲੀ ਗਰੰਟੀ ਆ ਉਹ ਇਹਨਾਂ ਨੂੰ ਪੂਰੀ ਕਰਨੀ ਹੀ ਪੈਣੀ ਹੈ। ਜਿਹੜੀ ਬਿਜਲੀ ਮੁਫਤ 300 ਯੂਨਿਟ ਮੁਫਤ ਤੇ ਬਾਕੀ ਦਾ ਜਿਹੜਾ ਉਹਨਾਂ ਨੂੰ ਜੋ ਰੇਟ ਘਟਾਉਣ ਦੀ ਗੱਲ ਕੀਤੀ ਉਹ ਕਰਨੀ ਹੀ ਪੈਣੀ ਹੈ। ਤੇ ਉਹਦੇ ਲਈ ਕੋਈ ਦੋਰਾ ਨਹੀਂ, ਭਾਵੇਂ ਕਿ ਪੰਜਾਬ ਰਾਜ ਬਿਜਲੀ ਨਿਗਮ ਦੇ ਜਿਹੜੇ ਅਧਿਕਾਰੀ ਨੇ ਉਹ ਇਹ ਕਹੀ ਜਾਣ ਕਿ ਸਾਡੇ ਕੋਲ ਤਾਂ ਮੰਗ ਦੇ ਮੁਤਾਬਕ ਬਿਜਲੀ ਵੀ ਨਹੀਂ ਪੈਦਾ ਹੋ ਰਹੀ, ਕੋਲਾ ਵੀ ਨਹੀਂ ਹੈਗਾ, ਪੈਸੇ ਵੀ ਘਾਟ ਨੇ, ਪਿਛਲੀਆਂ ਵੀ ਜਿਹੜੀਆਂ ਸਬਸਿਡੀਆਂ ਦਿੱਤੀਆਂ ਗਈਆਂ ਨੇ ਉਹਨਾਂ ਦੇ ਪੈਸੇ ਵੀ ਨਹੀਂ ਮਿਲੇ ਸਾਨੂੰ, ਚੰਨੀ ਜਿਹੜੇ ਮਾਫ ਕਰ ਗਏ ਨੇ ਉਹਨਾਂ ਦਾ ਪੈਸਾ ਵੀ ਨਹੀਂ ਸਾਡੇ ਕੋਲ ਹੋਊਗਾ, ਇੰਨਾ ਬਿਜਲੀ ਨਿਗਮ ਨੂੰ ਘਾਟਾ ਪੈ ਚੁੱਕਿਆ। ਜੋ ਮਰਜ਼ੀ ਕਰ ਲੈਣ, ਇਹਨਾਂ ਨੇ ਇਹਨਾਂ ਰਾਜਾਂ ਦੇ ਵਿੱਚ ਇਲੈਕਸ਼ਨ ਲੜਨ ਲਈ ਇਹਨਾਂ ਨੂੰ ਇਹ ਸਾਰਾ ਕੁਝ ਕਰਕੇ ਵਿਖਾਉਣਾ ਹੀ ਪੈਣਾ, ਭਾਵੇਂ ਬਾਅਦ ਵਿੱਚ ਇਹਨਾਂ ਨੂੰ ਜਿਹੜਾ ਜਿੰਨੇ ਮਰਜ਼ੀ ਘਾਟੇ ਕਰਨੇ ਪੈਣ ਜਾਂ ਫਿਰ ਇਹਨਾਂ ਨੂੰ ਕੋਈ ਟੈਕਸ ਲਾਉਣਾ ਪਵੇ, ਉਹਦੇ ਲਈ ਇਹਨਾਂ ਨੂੰ ਕਰਨਾ ਹੀ ਪੈਣਾ, ਕੋਈ ਹੱਲ ਨਹੀਂ ਹੈਗਾ। ਇਹਦੇ ਵਾਸਤੇ ਭਾਵੇਂ ਬਿਜਲੀ ਨਿਗਮ ਦੇ ਅਧਿਕਾਰੀ ਇਹ ਕਹੀ ਜਾਣ ਵੀ ਇਸ ਸੀਜ਼ਨ ਨਹੀਂ ਅਗਲੇ ਸੀਜ਼ਨ ਜਿਹੜੇ ਭਾਵੇਂ ਇਹਦੇ ਤੋਂ ਅਨਾਊਂਸ ਕਰ ਦੇਣ, ਕਿਉਂਕਿ ਅੱਜ ਦੀਆਂ ਜੇਕਰ ਮੀਡੀਆ ਰਿਪੋਰਟਾਂ ਦੇਖੀਏ ਤਾਂ ਉਹਦੇ ਵਿੱਚ ਬਿਜਲੀ ਨਿਗਮ ਦੇ ਅਧਿਕਾਰੀਆਂ ਨੇ ਇਹਨਾਂ ਨੂੰ ਸਲਾਹ ਦਿੱਤੀ ਹੈ ਕਿ ਤੁਸੀਂ ਇਸ ਸੀਜ਼ਨ ਨਹੀਂ ਅਗਲੇ ਸੀਜ਼ਨ ਤੋਂ ਤੁਸੀਂ ਭਾਵੇਂ ਇਹਨੂੰ ਕਰ ਦਿਓ। ਪਰ ਮੈਨੂੰ ਨਹੀਂ ਲੱਗਦਾ ਕਿ ਉਸ ਚੀਜ਼ ਨੂੰ ਜਿਹੜਾ ਇਹ ਅੱਗੇ ਲੰਮਾ ਪਾ ਕੇ ਤੇ ਵਿਰੋਧੀਆਂ ਨੂੰ ਦੇਣਗੇ, ਮੌਕਾ ਦੇਣਗੇ ਵੀ ਤੁਸੀਂ ਆਪਣਾ ਇਹ ਸਾਡਾ ਜਿਹੜਾ ਉਹ ਬਦਨਾਮੀ ਕਰੋ। ਭਾਵੇਂ ਕਿ ਭਗਵੰਤ ਮਾਨ ਨੇ ਸਿੱਧਾ ਹੀ ਕਹਿਤਾ ਹੈਗਾ ਵੀ ਵਿਰੋਧੀ ਕਿਹੜੇ, ਕੈਪਟਨ ਅਮਰਿੰਦਰ ਸਿੰਘ ਬਾਰੇ ਤਾਂ ਜਦੋਂ ਸਵਾਲ ਪੁੱਛਿਆ ਗਿਆ ਸੀ ਵਿਰੋਧੀ ਸਵਾਲ, ਕਹਿੰਦਾ ਕੌਣ ਵਿਰੋਧੀ, ਕਹਿੰਦਾ ਕੈਪਟਨ ਅਮਰਿੰਦਰ ਸਿੰਘ, ਕਹਿੰਦੇ ਉਹਨਾਂ ਨੂੰ ਕਿੰਨੀਆਂ ਵੋਟਾਂ ਪਈਆਂ ਨੇ, ਕਿੱਥੇ ਸੀਟ ਆ ਉਹਨਾਂ ਦੀ, ਆਹ ਜਿਹੜੇ 200-400 ਵੋਟਾਂ ਦੇ ਨਾਲ ਜਿੱਤੇ ਨੇ ਇਹਨਾਂ ਨੂੰ ਤੁਸੀਂ ਵਿਰੋਧੀ ਕਹਿੰਦੇ ਹੋ। ਉਹ ਵਿਰੋਧੀ ਮੰਨਦੇ ਹੀ ਨਹੀਂ। ਤੇ ਕਿਤੇ ਨਾ ਕਿਤੇ ਇਹ ਵੀ ਚੀਜ਼ ਖਤਰਨਾਕ ਹੈ, ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਹੈ ਜੇਕਰ 92 ਸੀਟਾਂ ਜਿੱਤ ਕੇ ਆਈ ਹੈ ਤਾਂ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਡਰ ਇਹ ਵੀ ਜਤਾਇਆ ਜਾ ਰਿਹਾ ਕਿ ਜਿੱਦਾਂ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪਾਰਟੀ ਨੂੰ ਜਦੋਂ ਪੂਰਾ ਬਹੁਮਤ ਪੂਰਨ ਤੋਂ ਵੀ ਵੱਡਾ ਬਹੁਮਤ ਮਿਲ ਗਿਆ ਸੀ 303 ਸੀਟਾਂ ਦਾ, ਤਾਂ ਉਦੋਂ ਫਿਰ ਉਹ ਆਪਣੀ ਮਨਮਰਜ਼ੀਆਂ ਦੇ ਉਤਰ ਆਈ ਸੀ। ਜਿਸ ਤਰ੍ਹਾਂ ਖੇਤੀ ਕਾਨੂੰਨ ਤੇ ਜਿੱਦਾਂ ਹੋਰ ਵੀ ਸਾਰੇ ਜਿਹੜੇ ਆ ਉਹ ਸਾਰੇ ਜਿਹੜੇ ਫੈਸਲੇ ਲਏ ਗਏ ਸੀਗੇ, ਉਹ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਵੀ ਕਿਤੇ ਇਸ ਰਾਹ ਦੇ ਉੱਤੇ ਨਾ ਤੁਰ ਪਵੇ। ਪਰ ਫਿਲਹਾਲ ਜਿਹੜਾ ਕਿਉਂਕਿ ਇਹ ਬੋਲੀ ਵੀ ਜਿਹੜੀ ਆ ਉਹ ਉਹੀ ਨਿਕਲ ਕੇ ਸਾਹਮਣੇ ਆਈ ਹੈ ਵੀ ਕੌਣ ਉਹਨਾਂ ਕੋਲ ਕਿਹੜਾ ਸੀਟਾਂ ਨੇ, ਕਿਹੜੀਆਂ ਵੋਟਾਂ ਪਈਆਂ ਨੇ ਉਹਨਾਂ ਨੂੰ, ਤਾਂ ਇਹ ਬੋਲੀ ਤੋਂ ਵੀ ਆਪਾਂ ਨੂੰ ਧਿਆਨ ਰੱਖਣਾ ਪਏਗਾ, ਨਿਗਾਹ ਰੱਖਣੀ ਪਏਗੀ। ਪਰ ਫਿਲਹਾਲ ਹਾਲੇ ਜਲਦੀ ਹੋਵੇਗਾ ਇਸ ਚੀਜ਼ ਨੂੰ ਕੁਝ ਕਹਿਣਾ ਹੈਗਾ, ਕਿਉਂਕਿ ਇਹ ਗੱਲ ਟੱਚ ਹੋਈ ਹੈ ਇਸ ਚੀਜ਼ ਦੇ ਵਿੱਚੋਂ, ਤਾਂ ਮੇਰੇ ਜਿਹੜਾ ਇਹ ਗੱਲ ਜਿਹੜੀ ਕਹਿਣੀ ਬਣਦੀ ਰਹੀ ਹੈ। ਸੋ ਕੁੱਲ ਮਿਲਾ ਕੇ ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਇਹਨਾਂ ਨੂੰ 300 ਯੂਨਿਟ ਦੀ ਜਿਹੜੀ ਬਿਜਲੀ ਆ ਉਹ ਹਰ ਹਾਲਤ ਦੇ ਵਿੱਚ ਇਹਨਾਂ ਨੂੰ ਦੇਣੀ ਪੈਣੀ ਆ। ਕੱਲ੍ਹ ਵੇਖਣਾ ਪਏਗਾ ਕੋਈ 300 ਯੂਨਿਟ ਬਿਜਲੀ ਵਾਲਾ ਸੱਪ ਜਿਹੜਾ ਉਹ ਕਿਹੜੇ ਕਿਸ਼ਤਾਂ 'ਚ ਕੱਢਣਗੇ ਜਾਂ ਫਿਰ ਉਹ ਇੱਕੋ ਵਾਰ 'ਚ ਕੱਢ ਲੈਂਦੇ ਨੇ। ਜੀ ਆਪਾਂ ਕੀ ਗੱਲ ਕਰ ਲੈਂਦੇ ਹਾਂ ਜੀ, ਨਵਜੋਤ ਸਿੰਘ ਸਿੱਧੂ ਉਹਨਾਂ ਦੀ ਦੁਬਾਰਾ ਸਰਗਰਮ ਹੋ ਗਏ ਆਪਾਂ ਨੂੰ। ਖੈਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ, ਕਹਿੰਦੇ ਕਿ ਮੈਂ ਗਲਤ ਸਾਬਿਤ ਹੋ ਗਿਆ ਤੇ ਮੈਨੂੰ ਲੱਗਿਆ ਸੀਗਾ ਕਿ ਹੁਣ ਸ਼ਾਇਦ ਥੋੜ੍ਹਾ ਆਪਣਾ
ਆਤਮ ਮੰਥਨ ਕਰਨਗੇ ਤੇ ਹੋ ਸਕਦਾ ਆਪਣਾ ਧੜਾ ਇੱਕ ਖੜਾ ਕਰਨਾ ਸ਼ੁਰੂ ਕਰਨਗੇ। ਧੜੇਬਾਜ਼ੀ ਤਾਂ ਉਹਨਾਂ ਨੇ ਇੱਕ ਪਾਸੇ ਕਰ ਲਈ ਕਿਉਂਕਿ ਮੀਟਿੰਗਾਂ ਉਹਨਾਂ ਦੀਆਂ ਲਗਾਤਾਰ ਜਾਰੀ ਨੇ। ਵਧੀਆ ਗੱਲ ਇਹ ਹੈ ਕਿ ਨਾਲੋਂ ਨਾਲ ਇਹ ਪੰਜਾਬ ਦੇ ਮਸਲੇ ਵੀ ਜਿਹੜੇ ਉਹ ਚੁੱਕਦੇ ਜਾ ਰਹੇ ਨੇ। ਅੱਜ ਇਹ ਲੁਧਿਆਣੇ ਪਹੁੰਚੇ ਸੀਗੇ, ਉੱਥੇ ਮੰਡੀ ਦੇ ਵਿੱਚ ਵੀ ਮਿਲੇ, ਕਹਿੰਦੇ ਆੜਤੀ ਐਸੋਸੀਏਸ਼ਨ ਦੇ ਨਾਲ ਮੀਟਿੰਗ ਹੋਈ ਹੈ। ਕਹਿੰਦੇ ਜੀ 3500 ਨੂੰ ਕਹਿੰਦੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਅਨਾਜ ਸਾਡਾ ਵਿਕ ਰਿਹਾ, ਕਣਕ ਵਿਕ ਰਹੀ ਹੈ, ਤੇ ਕਹਿੰਦੇ ਉਰੇ 2000 ਨੂੰ ਲੈ ਰਹੇ ਨੇ। 2000 ਚੋਂ ਵੀ ਕਹਿੰਦੇ 500 ਰੁਪਇਆ ਘਾਟਾ ਜਿਹੜਾ ਉਹ ਦਾਣਾ ਛੋਟਾ ਹੋਣ ਕਰਕੇ ਹੋ ਗਿਆ, ਕਹਿੰਦੇ ਦਾਣਾ ਪਿਚਕ ਗਿਆ ਗਰਮੀ ਕਰਕੇ, ਤੇ ਕਹਿੰਦੇ ਕਿਸਾਨ ਆ ਜਿਹੜਾ ਉਹ ਮਰ ਰਿਹਾ। ਤੇ ਕਹਿੰਦੇ ਤੁਸੀਂ ਇਹ ਜਿਹੜਾ ਨਾਲੇ ਤਾਂ ਇੱਧਰੋਂ ਪੈਟਰੋਲ ਤੋਂ ਪੈਸੇ ਚੱਕੀ ਜਾਂਦੇ ਹੋ, ਨਾਲੇ ਕਹਿੰਦੇ ਕਣਕ 'ਚੋਂ ਹੁਣ ਪੈਸੇ ਕਮਾਈ ਜਾਂਦੇ ਹੋ। ਕਹਿੰਦੇ ਸਾਨੂੰ ਕੋਈ ਨਹੀਂ, ਕਹਿੰਦੇ ਤੁਸੀਂ 500 ਰੁਪਇਆ ਦਿਓ, ਉੱਪਰਲਾ ਤੁਸੀਂ ਜਿਹੜਾ 1000 ਆ ਉਹ ਕਮਾਓ, ਜੇਬ 'ਚ ਪਾਓ, ਲੋਕਾਂ ਦੀ ਭਲਾਈ ਲਈ ਕਰੋ, ਕੁਛ ਮਰਜ਼ੀ ਕਰੋ, ਕਹਿੰਦੇ ਕਿਸਾਨ ਨੂੰ ਬਚਾਓ। ਦੇਖੋ ਕਿਸਾਨ ਨੂੰ ਬਚਾਓ ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ, ਪਰ ਫਿਲਹਾਲ ਜਿਹੜਾ ਉਹ ਕਿਸਾਨ ਜਿਹੜੇ ਮੰਡੀਆਂ ਦੇ ਵਿੱਚ ਬੈਠੇ ਨੇ, ਆਪਣਾ ਝੋਨਾ ਲੈ ਕੇ ਬੈਠੇ ਨੇ, ਤੇ ਉੱਤੋਂ ਜਿਹੜਾ ਮੌਸਮ ਹੈ ਉਹ ਡਰਾ ਰਿਹਾ। ਤੇ ਫਿਲਹਾਲ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਹੈਗੀ ਆ ਉਹ ਕਿਸਾਨਾਂ ਨੂੰ ਉਹਨਾਂ ਦਾ ਸਹੀ ਜਿਹੜਾ ਉਹਨਾਂ ਦੀ ਫਸਲ ਵਿਕ ਜਾਵੇ, ਤੇ ਉਹਦਾ ਜਿਹੜਾ ਜ਼ਿਆਦਾ ਫਿਕਰ ਹੈ ਕਿਉਂਕਿ ਫਸਲ ਜਿਹੜੀ ਹਾਲੇ ਖੇਤਾਂ 'ਚ ਵੀ ਪਈ ਹੈ ਉਹ ਵੀ ਚੱਕਣੀ ਹੈਗੀ ਆ, ਉੱਥੋਂ ਵੀ ਉਹਨਾਂ ਨੇ ਕਟਾਈ ਕਟੂਈ ਕਰਕੇ ਤੇ ਪਹੁੰਚਣਾ ਹੈਗਾ। ਤੇ ਜਿੱਦਾਂ ਦੀ ਇਹ ਰਾਜਨੀਤੀ ਦੀਆਂ ਗੱਲਾਂ ਹੋ ਰਹੀਆਂ ਨੇ, 500 ਰੁਪਏ ਉਹਨਾਂ ਨੂੰ ਬੋਨਸ ਦਿੱਤਾ ਜਾਵੇ, ਤੇ ਇਹ ਪਿਛਲੀਆਂ ਅਗਰ ਸਰਕਾਰਾਂ ਦੇ ਉੱਤੇ ਝਾਤ ਮਾਰ ਕੇ ਵੇਖ ਲਈਏ ਵੀ ਅੱਜ ਤੱਕ ਕਿਸੇ ਨੇ 500 ਰੁਪਏ ਬੋਨਸ ਦਿੱਤਾ? 72-73 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆ, ਕਿਹਨੇ ਜਿਹੜਾ ਉਹ MSP ਦੇ ਉੱਤੇ ਵੀ 500 ਰੁਪਏ ਬੋਨਸ ਦਿੱਤਾ ਹੈਗਾ? ਮੰਗ ਕਰ ਲੈਣੀ ਜਾਂ ਫਿਰ ਇੱਕ ਉਹ ਕਰ ਦੇਣਾ ਵੀ ਘਾਟਾ ਪੈ ਗਿਆ ਜੀ ਕਿਸਾਨਾਂ ਨੂੰ, ਹੋ ਗਿਆ ਜੀ। ਠੀਕ ਹੈ, ਜੇਕਰ ਕਿਸਾਨਾਂ ਨੂੰ ਘਾਟਾ ਪਿਆ ਜਾਂ ਕੁਛ ਹੋਇਆ ਹੈਗਾ ਤਾਂ ਉਹਦੇ ਲਈ ਸਰਕਾਰ ਜਿਹੜੀ ਆ ਉਹ ਕਿਸਾਨ ਤੇ ਸਰਕਾਰ ਆਪਣੇ ਲੈਵਲ ਦੇ ਉੱਤੇ ਰੌਲਾ ਪਾਉਣ ਨਾ। ਕਿਸਾਨ ਕਿਸੇ ਤੁਸੀਂ ਦੇਖੋ ਵੀ ਜਦ ਵੀ ਕਿਸਾਨਾਂ ਦੇ ਵਿੱਚ ਨੁਕਸਾਨ ਕਿਸੇ ਗੱਲ ਦਾ ਹੋਇਆ ਹੈਗਾ, ਜਦ ਵੀ ਕਿਸਾਨਾਂ ਦੇ ਉੱਤੇ ਕਿਤੇ ਨਾ ਕਿਤੇ ਕੋਈ ਗੜਬੜ ਹੋਈ ਹੈ, ਮਸਲੇ ਲੱਗਦਾ ਕਿਸਾਨ ਜਥੇਬੰਦੀਆਂ ਤੇ ਆਪ ਖੜੀਆਂ ਹੋ ਜਾਂਦੀਆਂ ਨੇ ਉੱਠ ਕੇ। ਉਹ ਕਿਸਾਨ ਜਥੇਬੰਦੀਆਂ ਨੂੰ ਤੁਸੀਂ ਦੇਖੋ ਵੀ ਕਿੰਨੀਆਂ ਕੁ ਕਿਸਾਨ 32 ਕਿਸਾਨ ਯੂਨੀਅਨ ਦੇ ਵਿੱਚੋਂ 16 ਕਿਸਾਨ ਯੂਨੀਅਨ ਜਿਹੜੀਆਂ ਅੱਡ ਹੋ ਚੁੱਕੀਆਂ ਨੇ ਪੰਜਾਬ ਦੀਆਂ, ਤਾਂ ਉਹਨਾਂ ਦੇ ਵਿੱਚੋਂ ਤੁਸੀਂ ਦੇਖੋ ਵੀ ਕਿੰਨੇ ਕੁ ਜਿਹੜੇ ਇਸ ਮਸਲੇ ਨੂੰ ਲੈ ਕੇ ਜਿਹੜਾ ਉਹ ਅੱਗੇ ਹੋਏ ਨੇ ਜਾਂ ਕਿੰਨੇ ਕੁ ਉਹਨਾਂ ਨੇ ਰੌਲਾ ਪਾਇਆ ਹੈਗਾ। ਇਹ ਸਿਰਫ ਤੇ ਸਿਰਫ ਰਾਜਨੀਤੀ ਦੀ ਗੱਲ ਹੋ ਰਹੀ ਹੈ। ਮਿਲੇ, ਅਸੀਂ ਕਹਿੰਦੇ ਹਾਂ ਮਿਲੇ, ਪਰ ਜੇਕਰ ਉਹ ਇਸ ਚੀਜ਼ ਨੂੰ ਲੈ ਕੇ ਰੌਲਾ ਪਾਉਂਦੇ ਨੇ ਵੀ ਇਹਨਾਂ ਕੋਲ ਤਾਂ ਜੀ ਪੈਸੇ ਹੀ ਨਹੀਂ ਹੈਗੇ, ਬਿਜਲੀ ਕਿੱਥੋਂ ਮੁਫਤ ਦੇ ਦੇਣਗੇ, ਤਾਂ ਫਿਰ ਉਹ ਵੀ ਯਾਦ ਕਿਉਂ ਨਹੀਂ ਕਰਦੇ ਵੀ ਪੈਸੇ ਤਾਂ ਪਹਿਲੇ ਹੀ ਨਹੀਂ ਹੈਗੇ, ਵੀ ਕਿਸਾਨਾਂ ਨੂੰ 500 ਰੁਪਏ ਕਿੱਥੋਂ ਦੇ ਦੇਣਗੇ ਪਰ ਕੁਇੰਟਲ ਦਾ? ਇਹ ਵੀ ਕਿਉਂ ਨਹੀਂ ਯਾਦ ਕਰਦੇ ਫਿਰ ਉਹ? ਬਿਜਲੀ ਵੀ ਤਾਂ ਆਮ ਲੋਕਾਂ ਨੂੰ ਮਿਲਣੀ ਹੈ, ਤੇ ਜਿਹੜਾ ਪੈਸਾ ਹੈ ਉਹ ਵੀ ਆਮ ਲੋਕਾਂ ਨੂੰ ਜਾਣਾ ਹੈਗਾ। ਬਿਜਲੀ ਦੇ ਉੱਤੇ ਰੌਲਾ ਇਸ ਕਰਕੇ ਪੈਣਾ ਵੀ ਇਹਨਾਂ ਦਾ ਵਾਅਦਾ ਪੂਰਾ ਹੋ ਜਾਏਗਾ, ਤੇ ਜਿਹੜਾ 500 ਰੁਪਈਆ ਹੈਗਾ ਉਹ ਇਸ ਕਰਕੇ ਕਹਿਣਾ ਵੀ ਅਸੀਂ ਮੰਗ ਕੀਤੀ ਸੀ ਜੀ ਦਵਾਤੇ, ਅਸੀਂ ਦੇਖੋ ਜੀ ਲੋਕਾਂ ਨੇ ਸਾਡਾ ਉਹ ਦੇਖੋ ਅਸੀਂ ਲੋਕਾਂ ਦੇ ਨਾਲ ਕਿੰਨਾ ਖੜੇ ਹੋਏ ਹਾਂ। ਇਹ ਗੱਲਾਂ ਉਹੋ ਜਿਹੀ ਨਹੀਂ ਲੱਗਦੀਆਂ ਜਿਵੇਂ ਇੱਕ ਸਿਆਣੇ ਜਿਹੇ ਥਾਣੇਦਾਰ ਨੂੰ ਕੋਈ ਬਾਊ ਬਾਹਰ ਲਿਜਾ ਕੇ 500 ਦਾ ਨੋਟ ਫੜਾ ਦਿੰਦਾ, ਤੇ ਅੰਦਰ ਆ ਕੇ ਕਹਿੰਦਾ ਹੁੰਦਾ ਤੂੰ ਮੋਰੇ 'ਚ ਮੋਟਰਸਾਈਕਲ ਹੀ ਨਹੀਂ ਮਾਰਿਆ, ਤੂੰ ਤਾਂ ਨਾਲ ਵਾਲੀ ਗੱਡੀ 'ਚ ਕੱਢ ਕੇ ਤੇ ਰੋਡ ਵੀ ਮਾਰੀ ਹੈ। ਤੇ ਫਿਰ ਬੰਦਾ ਕਹਿੰਦਾ ਵੀ ਅੱਛਾ ਮੇਰੇ ਰੋਡ ਵੀ ਵੱਜੀ ਸੀ, ਕਹਿੰਦਾ ਹਾਂ 500 ਰੁਪਏ ਹੋਰ ਮਿਲਣਾ ਤੈਨੂੰ, ਕਹਿੰਦਾ ਮੇਰੇ ਵੱਜੀ ਆ, ਬੱਖੀ ਤਾਂ ਦੁਖਦੀ ਆ ਥੋੜੀ ਥੋੜੀ। ਤੇ ਗੱਲਾਂ ਉਹੋ ਜਿਹੀਆਂ ਹੋ ਰਹੀਆਂ। ਤੇ ਹੁਣ ਜੇ ਕਿਸਾਨਾਂ ਨੂੰ 500 ਰੁਪਇਆ ਹਰ ਪਰ ਏਕੜ ਮਿਲੂਗਾ, ਅਗਲੇ ਕਹਿਣਗੇ ਹਾਂਜੀ ਬਿਲਕੁਲ ਦਾਣਾ ਕਹਿੰਦੇ ਖਰਾਬ ਹੋ ਗਿਆ ਤੇ ਸਾਡਾ ਜਿਹੜੀ ਫਸਲ ਆ ਉਹ ਲੁੱਟ ਚੱਲੇ ਆ। ਪਰ ਦੂਜੇ ਪਾਸੇ ਹੁਣ ਗੱਲ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ, ਅਡਾਨੀ ਦੇ ਸਾਈਲੋ ਦੇ ਬਾਹਰ ਵੀ ਕਤਾਰਾਂ ਲੱਗੀਆਂ ਹੋਈਆਂ, ਤੇ ਲੋਕਾਂ ਨੇ ਹੁਣ ਉੱਥੇ ਕਹਿੰਦੇ ਪੂਰਾ ਦਿਨ ਜਿਹੜੀ ਵੇਟ ਚੱਲ ਰਹੀ ਹੈ, ਕਿਉਂਕਿ ਲੋਕੀ ਇੰਨੇ ਜਾਣੇ ਇਕੱਠੇ ਹੋ ਗਏ ਜਦੋਂ ਵੀਡੀਓਜ਼ ਚੱਲ ਪਈਆਂ ਸਾਰੀਆਂ, ਉਹ ਕਹਿੰਦੇ ਉੱਥੇ 5000 ਰੁਪਏ ਜਾਂ 3000 ਰੁਪਏ ਦਾ ਫਰਕ ਪੈਂਦਾ। ਤੇ ਪਰ ਅੱਜ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਉੱਥੇ ਵੀ ਕਹਿੰਦੇ ਹੁਣ ਕਿਸਾਨਾਂ ਨੂੰ ਵਾਪਸ ਮੋੜਨਾ ਸ਼ੁਰੂ ਕਰ ਦਿੱਤਾ। ਉਹ ਕਹਿੰਦੇ ਤੁਹਾਡਾ ਦਾਣਾ ਨਹੀਂ ਠੀਕ, 6% ਤੱਕ ਵਿਚਕਿਆ ਹੋਇਆ, ਕਹਿੰਦੇ ਛੋਟਾ ਦਾਣਾ ਅਸੀਂ ਲੈ ਲੈਂਦੇ ਹਾਂ, ਤੇ ਕਹਿੰਦੇ ਕਣਕ ਦਾ ਦਾਣਾ ਤੁਹਾਡਾ 20% ਤੋਂ ਵੀ ਜ਼ਿਆਦਾ ਵਿਚਕਿਆ ਹੋਇਆ, ਤੇ ਹੁਣ ਕਿਸਾਨਾਂ ਦੇ ਵਿੱਚ ਦੁਬਾਰਾ ਰੋਹ ਹੈ। ਦੇਖੋ ਇਹਦੇ 'ਚ ਮੈਨੂੰ ਨਾ ਬੜੀ ਖਤਰਨਾਕ ਜਿਹੜੀ ਬੋ ਆ ਰਹੀ ਹੈ ਬੋਨੀ, ਇਹਦੇ ਵਿੱਚ ਮੈਂ ਉਹ ਦੇਖ ਰਿਹਾ ਜਿਹੜਾ ਆਮ ਲੋਕ ਨਹੀਂ ਦੇਖ ਪਾ ਰਹੇ। ਜੇਕਰ ਜਿਹੜਾ ਅਡਾਨੀਆਂ ਦੇ ਗੋਦਾਮ ਦੇ ਵਿੱਚ ਜਿਸ ਤਰ੍ਹਾਂ ਲੋਕ ਜਾ ਰਹੇ ਨੇ, ਤੇ ਜੇਕਰ ਉਹ ਇਸ ਨੂੰ ਰਿਲੈਕਸੇਸ਼ਨ ਦੇ ਕੇ ਸਾਰਾ ਮਾਲ ਖਰੀਦਦੇ ਨੇ, ਜੇਕਰ ਉਹ ਸਾਰਾ ਮਾਲ ਲੋਕਾਂ ਦਾ ਵਿਕ ਜਾਂਦਾ, ਜਿੰਨਾ ਮਾਲ ਹੈਗਾ ਉਹ ਵੱਧ ਤੋਂ ਵੱਧ ਉੱਧਰ ਵਿਕਦਾ ਹੈ, ਤੇ ਅਡਾਨੀ ਜਿਹੜੇ ਨੇ ਆਉਣ ਵਾਲੇ ਸਮੇਂ ਵਿੱਚ ਆਪਣੇ ਇਹੋ ਜਿਹੇ ਗੋਦਾਮ ਹੋਰ ਪੰਜਾਬ 'ਚ ਬਣਾ ਲੈਂਦੇ ਨੇ, ਤਾਂ ਤੁਸੀਂ ਦੇਖੋ ਵੀ ਅਜਿਹਾ ਕਰਨ ਨੂੰ ਉਹਨਾਂ ਨੂੰ ਸਾਲ 2 ਸਾਲ ਜਾਂ 3 ਸਾਲ ਦਾ ਸਮੇਂ ਦੇ ਵਿੱਚ ਉਹਨਾਂ ਨੇ ਸਾਰੇ ਪੰਜਾਬ ਦੀ ਮਾਰਕੀਟ ਦੇ ਉੱਤੇ ਕਬਜ਼ਾ ਕਰ ਲੈਣਾ। ਤੇ ਉਹ ਮਾਰਕੀਟ ਦੇ ਉੱਤੇ ਕਬਜ਼ਾ ਕਰਨ ਲਈ ਇਹਨਾਂ ਨੂੰ ਕੁਛ ਜਿਹੜਾ ਉਹ ਜੇਕਰ ਘਾਟਾ ਵੀ ਸਹਿ ਲੈਂਦੇ ਨੇ, ਇਹਦੇ ਵਿੱਚ ਬੜੀ ਡੂੰਘਾਈ ਦੇ ਨਾਲ ਇਹ ਗੱਲ ਜਿਹੜੀ ਆ ਉਹ ਸੋਚ ਦੇ ਵਿੱਚ ਨਾਲ ਵਿਚਾਰ ਕੇ ਕੀਤੀ ਜਾ ਰਹੀ ਹੈ ਕਿ ਜੇਕਰ ਉਹ ਕੁਝ ਸਾਲ ਰਿਲਾਇੰਸ ਦੀ ਪਾਲਿਸੀ ਤੁਸੀਂ ਯਾਦ ਕਰੋ, ਜਦੋਂ ਰਿਲਾਇੰਸ ਸ਼ੁਰੂ ਦੇ ਵਿੱਚ ਆਇਆ ਸੀ ਤਾਂ ਉਹਨਾਂ ਨੇ ਸਾਰਿਆਂ ਨੂੰ ਫ੍ਰੀ ਵੰਡਿਆ ਸੀ।
ਉਦੋਂ ਬਾਅਦ ਉਹ ਮਾਰਕੀਟ ਕੈਪਚਰ ਹੋ ਗਈ ਸੀ। ਤਾਂ ਉਸ ਤੋਂ ਬਾਅਦ ਅੱਜ ਦੇ ਰੇਟ ਤੁਸੀਂ ਉਹਦੇ ਨਾਲ ਜੀਓ ਦੇ ਨਾਲ ਕੰਪੇਅਰ ਕਰਕੇ ਵੇਖ ਲਓ ਜੀ। ਤੇ ਇਹ ਚੀਜ਼ਾਂ ਜਿਹੜੀਆਂ ਨੇ, ਜੇਕਰ ਅਡਾਨੀਆਂ ਨੇ ਸ਼ੁਰੂ ਦੇ ਵਿੱਚ ਕੁਝ ਘਾਟਾ ਖਾ ਕੇ ਵੀ ਮਾਲ ਗਲਤ ਚੱਕ ਲਿਆ ਜਾਂ ਕੁਝ ਕਰ ਲਿਆ ਤਾਂ ਇੱਕ ਮਾਰਕੀਟ ਕੈਪਚਰ ਹੋ ਜਾਏਗੀ। ਤਾਂ ਸਰਕਾਰਾਂ ਇਹ ਕਹਿਣ ਜੋਗੀਆਂ ਹੋ ਜਾਣਗੀਆਂ ਜੀ ਸਾਡੇ ਕੋਲ ਤਾਂ ਮਾਲ ਆ ਹੀ ਨਹੀਂ ਰਿਹਾ ਜੀ, ਫਿਰ ਮੰਡੀਆਂ ਦਾ ਕਰਨਾ ਕੀ ਹੈ ਜੀ, ਇਹਨੂੰ ਪ੍ਰਾਈਵੇਟ ਹੀ ਕਰ ਦਿੰਦੇ ਆ। ਤੇ ਉਹ ਚੀਜ਼ ਜਦੋਂ ਪ੍ਰਾਈਵੇਟ ਹੋ ਗਈ ਤੇ ਫਿਰ ਉੱਥੇ ਜਾ ਕੇ ਕਿਸਾਨਾਂ ਨੂੰ ਮਾਰ ਪੈ ਜਾਣੀ ਹੈ। ਇਹ ਚੀਜ਼ਾਂ ਜਿਹੜੀਆਂ ਨੇ ਕਿਸਾਨਾਂ ਨੂੰ ਹਲੇ ਕੁਝ ਸਮਝ ਆ ਨਹੀਂ ਰਹੀਆਂ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਚਿਰ ਫ੍ਰੀ ਦਾ ਲਾਲਚ ਦੇ ਕੇ ਜਾਂ ਕੁਝ ਚਿਰ ਰਿਲੈਕਸੇਸ਼ਨ ਦਾ ਲਾਲਚ ਦੇ ਕੇ ਜਾਂ ਕੁਝ ਚਿਰ ਆਉਂਦੇ ਸਾਰ ਵਿਕਣ ਦਾ ਲਾਲਚ ਦੇ ਕੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਮੰਡੀਆਂ ਪ੍ਰਾਈਵੇਟ ਹੋ ਗਈਆਂ ਤੇ ਉਦੋਂ ਅਸਲ ਮਾਰ ਪੈ ਜਾਣੀ ਹੈ। ਉਦੋਂ ਫਿਰ ਕਿਸਾਨ ਜਿਹੜਾ ਰੋਲਣ ਨੂੰ ਮਜਬੂਰ ਹੋ ਜਾਣਾ, ਜਿਹੜਾ ਕਿ ਖਦਸ਼ਾ ਜਿਹੜਾ ਉਹ ਮਾਰਾਂ ਵੱਲੋਂ ਹੁਣੀ ਜ਼ਾਹਰ ਕੀਤਾ ਜਾ ਰਿਹਾ ਹੈ। ਉਹ ਲਹਿੰਦੇ ਪੰਜਾਬ ਦੀ ਮੂਵੀ ਹੈ ਜੀ, ਇੱਕ ਬੜੀ ਫੇਮਸ ਮੂਵੀ ਆ ਉੱਥੇ ਪੰਜਾਬ ਦੀ, ਉਹਨੂੰ ਕਹਿੰਦੇ ਮੌਲਾ ਜੱਟ। ਉਹਦੇ 'ਚ ਸੁਲਤਾਨ ਰਾਈ ਸਾਹਿਬ ਕਹਿੰਦੇ ਹੁੰਦੇ ਨੇ, ਮੇਨ ਕਰੈਕਟਰ ਮੌਲਾ ਜੱਟ ਬਣੇ ਹੁੰਦੇ ਆ। ਉਹ ਕਹਿੰਦੇ ਮੌਲੇ ਨੂੰ ਮੌਲਾ ਨਾ ਮਾਰੇ ਤਾਂ ਮੌਲੇ ਨੂੰ ਕੋਈ ਮਾਰ ਨਹੀਂ ਸਕਦਾ। ਤੇ ਕਹਿੰਦੇ ਵੀ ਜੇ ਆਪ ਹੀ ਨਾ ਮਰਾਂ ਤਾਂ ਕਹਿੰਦੇ ਹੈ ਪਰ ਹੋਰ ਦੂਜਾ ਬੰਦਾ ਨਹੀਂ ਮਾਰ ਸਕਦਾ। ਇਹੀ ਗੱਲ ਕਹਿੰਦੇ ਅੱਜ ਦੇ ਕਿਸਾਨਾਂ ਦੇ ਉੱਤੇ ਢੁਕਦੀ ਹੈ। ਤੇ ਦੂਜੇ ਪਾਸੇ ਇਹੀ ਹੁਣ ਢੁਕ ਰਹੀ ਹੈ ਪੰਜਾਬ ਕਾਂਗਰਸ ਦੇ ਉੱਤੇ, ਕਿਉਂਕਿ ਰਾਜਾ ਵੜਿੰਗ ਹੋਣੀ ਅੰਮ੍ਰਿਤਸਰ ਆਏ ਸੀਗੇ ਅੱਜ, ਉਹ ਮਿਲੇ ਮਾਝਾ ਬ੍ਰਿਗੇਡ ਨੂੰ ਉੱਥੇ। ਤੇ ਉਹ ਕਹਿੰਦੇ ਜੀ ਮੰਨਿਆ ਉਹਨਾਂ ਨੇ, ਕਹਿੰਦੇ ਹਾਂ, ਕਹਿੰਦੇ ਨੁਕਸਾਨ ਤਾਂ ਸਾਡਾ ਇਹੀ ਹੋਇਆ ਵੀ ਆਪਸ 'ਚ ਧੜੇਬੰਦੀਆਂ ਬਣ ਗਈਆਂ, ਕੋਈ ਕੁਛ ਕਹਿੰਦਾ ਸੀ, ਕੋਈ ਕੁਛ ਕਹਿੰਦਾ ਸੀ। ਤੇ ਜਦੋਂ ਪੁੱਛਿਆ ਵੀ ਨਵਜੋਤ ਸਿੰਘ ਸਿੱਧੂ ਹੋਣੀ, ਕਹਿੰਦੇ ਮੇਰੀ ਗੱਲ ਹੋਈ ਸੀ, ਉਹ ਆ ਨਹੀਂ ਸਕੇ, ਉਹ ਬਾਹਰ ਗਏ ਹੋਏ ਆ। ਤੇ ਉਦੋਂ ਬਾਅਦ ਉਹਨਾਂ ਨੇ ਫਿਰ ਸਵਾਲ ਹੈ ਜਿਹੜਾ ਰਫਾ ਦਫਾ ਟਾਈਪ ਦਾ ਕਰਤਾ। ਸੋ ਇਹ ਗੱਲ ਕੀ ਮੰਨੀ ਜਾ ਸਕਦੀ ਹੈ ਹੁਣ ਕਿ ਪਹਿਲੀ ਵਾਰੀ ਕਿਸੇ ਨੇ ਐਕਸੈਪਟ ਕੀਤਾ ਕਿ ਹਾਂ ਧੜੇਬੰਦੀ ਕਰਕੇ ਸਾਨੂੰ ਨੁਕਸਾਨ ਹੋਇਆ, ਨਹੀਂ ਤਾਂ ਸਾਡੀ ਪੋਜੀਸ਼ਨ ਆ ਉਹ ਸਟਰੋਂਗ ਸੀਗੀ। ਤੇ ਅਮਰਿੰਦਰ ਸਿੰਘ ਹੀ ਇਹਨਾਂ ਦਾ ਨਾਮ ਹੈ। ਅਮਰਿੰਦਰ ਸਿੰਘ ਉਹਨਾਂ ਨੂੰ ਹੀ ਇਹਨਾਂ ਨੇ ਜਿਹੜੇ ਪਹਿਲਾਂ ਅਮਰਿੰਦਰ ਸਿੰਘ ਉਹਨਾਂ ਦੇ ਬੜੇ ਕਰੀਬੀ ਦੱਸੇ ਜਾਂਦੇ ਸੀ, ਕੈਪਟਨ ਉਹਨਾਂ ਦੇ। ਤੇ ਇਹ ਕਹਿੰਦੇ ਵੀ ਆਉਣ ਵਾਲੇ ਟਾਈਮ 'ਚ ਆਪਾਂ ਇਹੋ ਜਿਹਾ ਕਰ ਦੇਣਾ ਸਿਸਟਮ ਕਿ ਬਸ ਅਗਲੀਆਂ ਚੋਣਾਂ ਜਿੱਤ ਲੈਣੀਆਂ। ਦੇਖੋ ਇਸ ਵੇਲੇ ਕਾਂਗਰਸ ਦੀ ਹਾਲਤ ਪਤਲੀ ਹੈ, ਪਰ ਇਹਦੇ ਬਾਵਜੂਦ ਵੀ ਲੀਡਰ ਆਫ ਦਾ ਓਪੋਜੀਸ਼ਨ ਉਹਨਾਂ ਦਾ ਹੈਗਾ। 92 ਦੇ ਵਿੱਚੋਂ ਤੁਸੀਂ 17 ਤੇ 8 ਇਹ ਕੁੱਲ ਮਿਲਾ ਕੇ 25 ਦੇ ਕਰੀਬ ਜਿਹੜੇ ਉਹਨਾਂ ਦੇ MLA ਜਿਹੜੇ ਬਾਕੀ ਬਚਦੇ ਨੇ, 25 ਨੂੰ ਦੀ ਤਾਂ ਪ੍ਰਤੀਨਿਧਤਾ ਕਰਦੇ ਹੀ ਨੇ ਉਹ। ਤਾਂ ਓਪੋਜੀਸ਼ਨ ਦਾ ਲੀਡਰ ਉਹਨਾਂ ਕੋਲੇ ਹੈਗਾ, ਆਵਾਜ਼ ਚੁੱਕਣ ਲਈ ਉਹਨੂੰ ਮਾਨਤਾ ਵੀ ਦੇ ਦਿੱਤੀ ਗਈ ਹੈ ਸਪੀਕਰ ਸਾਹਿਬ ਵੱਲੋਂ। ਤੇ ਮੰਤਰੀ ਵਾਲੀ ਗੱਡੀ ਵੀ ਜਿਹੜੀ ਆ, ਕਿਉਂਕਿ ਕੈਬਨਿਟ ਮਿਨਿਸਟਰ ਦਾ ਰੈਂਕ ਹੁੰਦਾ ਉਹਨਾਂ ਕੋਲੇ। ਸੋ ਇੱਕ ਇਹ ਵੇਲਾ ਇਸ ਟਾਈਮ ਉਹ ਚੱਲ ਰਿਹਾ ਹੈ ਜਦੋਂ ਕਾਂਗਰਸ ਨੂੰ ਆਪਣੀ ਹੋਂਦ ਬਚਾ ਕੇ ਰੱਖਣ ਲਈ ਜਿਹੜਾ ਬੜਾ ਵੱਡੀ ਲੜਾਈ ਲੜਨੀ ਪੈਣੀ ਹੈ। ਕਹਾਣੀ ਇਹ ਹੈ ਇਸ ਟਾਈਮ ਕਿ ਸਭ ਤੋਂ ਵੱਡਾ ਨੁਕਸਾਨ ਉਹਨਾਂ ਨੂੰ ਇਸੇ ਗੱਲ ਦਾ ਹੋ ਰਿਹਾ ਕਿ ਇਹ ਆਪਸ ਵਿੱਚ ਪਾਟੇ ਹੋਏ ਨੇ। ਜਿਵੇਂ ਤੁਸੀਂ ਕਿਹਾ ਕਿ 18 MLA ਨੇ ਤੇ 18 ਧੜੇ ਬਣੇ ਹੋਏ ਨੇ, ਤਾਂ 18 MLA 18 ਧੜੇ ਜੇਕਰ ਇਸ ਤਰ੍ਹਾਂ ਚੱਲਦੇ ਰਹੇ ਤਾਂ ਜਿਹੜੀਆਂ ਸੀਟਾਂ ਜਿਹੜੀਆਂ 18 ਆਈਆਂ ਨੇ ਉਹ ਵੀ ਕਾਂਗਰਸ ਅਕਾਲੀ ਦਲ ਤੋਂ ਥੱਲੇ ਜਾ ਸਕਦੀਆਂ ਨੇ ਆਉਣ ਵਾਲੇ ਸਮੇਂ 'ਚ, ਕਿਉਂਕਿ ਅਕਾਲੀ ਦਲ ਦਾ ਵੀ ਇਹੀ ਹਾਲ ਹੋਇਆ ਸੀਗਾ। ਜਿਹੜੀਆਂ 70 75 ਤੋਂ ਥੱਲੇ ਜਿਹੜੀਆਂ ਉਹਨਾਂ ਦੀਆਂ ਸਿੱਧੀਆਂ ਜਿਹੜੀਆਂ ਜਾ ਕੇ 15 ਤੇ ਜਾ ਵੱਜੀਆਂ ਸੀਗੀਆਂ। ਤਾਂ ਉਦੋਂ ਬਾਅਦ ਹੁਣ ਜੇਕਰ ਇਹ ਹਾਲਾਤ ਇੱਦਾਂ ਦੇ ਬਣਦੇ ਰਹੇ ਤਾਂ ਇਹ ਕਾਂਗਰਸ ਦਾ ਵੀ ਇਹੀ ਹਾਲ ਹੋਣਾ ਆਉਣ ਵਾਲੇ ਟਾਈਮ ਦੇ ਵਿੱਚ। ਇਹ ਨਾ ਹੋਵੇ ਇਸ ਲਈ ਜਿਹੜਾ ਉਹ ਧੜੇਬੰਦੀਆਂ ਜਿਹੜੀਆਂ ਨੇ ਉਹ ਖਤਮ ਕਰਨੀਆਂ ਜ਼ਰੂਰੀ ਨੇ, ਪਰ ਇਸ ਲਈ ਸਖਤ ਕਦਮ ਚੁੱਕਦੇ ਨੇ ਤਾਂ ਪਾਰਟੀ ਜਿਹੜੀ ਆ ਉਹ ਪਾਟਦੀ ਹੈਗੀ ਹੈ। ਜਿਸ ਤਰ੍ਹਾਂ ਰਾਜਾ ਵੜਿੰਗ ਉਹਨਾਂ ਨੇ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲੀ ਤਾਂ ਉਸ ਤੋਂ ਬਾਅਦ ਜਦੋਂ ਰਾਹੁਲ ਗਾਂਧੀ ਉਹਨਾਂ ਨੂੰ ਮਿਲ ਕੇ ਵਾਪਸ ਆਏ ਤਾਂ ਉਹਨਾਂ ਨੇ ਟਵਿੱਟਰ ਦੀ ਵੀ ਗੱਲ ਕੀਤੀ ਸੀ ਵੀ ਜਿਹੜੇ ਲੋਕੀ ਟਵਿੱਟਰ ਤੇ ਵੀ ਬਿਆਨ ਦੇ ਕੇ ਜਿਹੜੇ ਚੁੱਪ ਕਰ ਜਾਂਦੇ ਨੇ, ਮੁੜ ਕੇ ਉਹਦੇ ਨਾਲ ਪਾਰਟੀ ਨੂੰ ਨੁਕਸਾਨ ਹੁੰਦਾ, ਤਾਂ ਉਹ ਵੀ ਜਿਹੜੇ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਤਾਂ ਉਹਦੇ ਵਿੱਚ ਸਿੱਧਾ ਇਹ ਕਿਹਾ ਮੰਨਿਆ ਗਿਆ ਸੀ ਵੀ ਨਵਜੋਤ ਸਿੱਧੂ ਨੂੰ ਵੀ ਜਿਹੜੀ ਹੈ ਇਹ ਚੇਤਾਵਨੀ ਦਿੱਤੀ ਗਈ ਹੈ। ਤੇ ਨਵਜੋਤ ਸਿੰਘ ਸਿੱਧੂ ਨੂੰ ਚੇਤਾਵਨੀ ਦਿੱਤੀ, ਉਸ ਤੋਂ ਬਾਅਦ ਉਹ ਨਵਜੋਤ ਸਿੰਘ ਸਿੱਧੂ ਦੇ ਹਲਕੇ 'ਚ ਜਾਂਦੇ ਨੇ ਹੁਣ, ਤਾਂ ਹਲਕੇ 'ਚ ਜਾਂਦੇ ਨੇ ਤਾਂ ਨਵਜੋਤ ਸਿੰਘ ਸਿੱਧੂ ਹੋਣੀ ਜਿਹੜੀਆਂ ਨੇ ਉਹ ਇਸ ਵੇਲੇ ਵੀ ਉਹ ਉੱਥੇ ਤੁਰੇ ਫਿਰਦੇ ਨੇ ਅਮਰੀਕ ਸਿੰਘ ਗਿੱਲ ਹੋਣਾ ਦੇ, ਜਿਹੜੇ ਅਮਰੀਕ ਸਿੰਘ ਹੋਣਾ ਦੇ ਘਰੇ ਜਿਹੜੇ ਇੱਥੇ ਲੁਧਿਆਣੇ, ਜਿਹੜੇ ਕਿ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ ਸੀ ਤੇ ਉਸ ਤੋਂ ਬਾਅਦ ਰੌਲਾ ਪਿਆ ਸੀ ਉਹਨਾਂ ਦਾ। ਤੇ ਆਸ਼ੂ ਹੋਣੀ ਜਿਹੜੇ ਲੁਧਿਆਣੇ ਦੇ ਨੇ ਉਹ ਇਹਨਾਂ ਦੇ ਹਲਕੇ 'ਚ ਜਾ ਰਹੇ ਨੇ, ਇਹ ਉੱਥੋਂ ਅੰਮ੍ਰਿਤਸਰ ਛੱਡ ਕੇ ਜਿਹੜੇ ਲੁਧਿਆਣੇ ਆ ਰਹੇ ਨੇ। ਤਾਂ ਕਿਤੇ ਨਾ ਕਿਤੇ ਜਿਹੜਾ ਇਹਨਾਂ ਦੇ ਵਿੱਚ ਅਜੇ ਵੀ ਜਿਹੜਾ ਵੀ ਉਹ ਅੰਦਰ ਜਿਹੜੀ ਆ ਫੁੱਟ ਹੈ ਉਹ ਅਜੇ ਵੀ ਹੈਗੀ ਆ ਤੇ ਉਹ ਜੱਗ ਜ਼ਾਹਰ ਹੋ ਰਹੀ ਹੈ, ਧੜੇਬੰਦੀ ਹੋ ਰਹੀ ਹੈ। ਤੇ ਇਹ ਚੀਜ਼ ਜਿਹੜੀ ਹੈ ਇਹ ਵੀ ਕਿਹਾ ਜਾ ਸਕਦਾ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਹਾਲੇ ਵੀ ਜਿਹੜੇ ਆਪਣੇ ਗੁੱਟ ਨੂੰ ਜਿਹੜਾ ਉਹ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ। ਜੇਕਰ ਉਹਨਾਂ ਦਾ ਗੁੱਟ ਮਜ਼ਬੂਤ ਹੁੰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਉਹ ਪਾਰਟੀ ਦੇ ਸਾਹਮਣੇ ਸ਼ਰਤ ਰੱਖਣ ਦੇ ਵਿੱਚ ਇੱਕ ਹਾਲਤ ਦੇ ਵਿੱਚ ਹੋਣਗੇ। ਪਰ ਫਿਲਹਾਲ ਜਿਹੜੇ ਨੇ ਨਵਜੋਤ ਸਿੰਘ ਸਿੱਧੂ ਵੀ ਸੰਭਲ ਕੇ ਚੱਲ ਰਹੇ ਨੇ
ਨਵਜੋਤ ਸਿੰਘ ਸਿੱਧੂ ਵੀ ਜਿਹੜੀ ਹੈ ਜਦੋਂ ਦੀ ਉਹ ਰਾਜਾ ਵੜਿੰਗ ਉਹਨਾਂ ਨੇ ਟਵਿੱਟਰ ਵਾਲੀ ਚੇਤਾਵਨੀ ਦਿੱਤੀ ਆ, ਉਦੋਂ ਬਾਅਦ ਉਹਨਾਂ ਨੇ ਵੀ ਜਿਹੜੀ ਹੈ ਕੋਈ ਸਿੱਧੀ ਇਹੋ ਜਿਹੀ ਗੱਲ ਨਹੀਂ ਕੀਤੀ। ਭਾਵੇਂ ਕਿ ਕੱਲ ਉਹਨਾਂ ਨੇ ਚੰਨੀ ਉਹਨਾਂ ਦੇ ਖਿਲਾਫ ਜਿਹੜਾ ਇੱਕ ਅਸਿੱਧੇ ਤੌਰ ਦੇ ਉੱਤੇ ਕਹਿਤਾ ਸੀਗਾ ਵੀ ਮਾਫੀਆ ਹੈ ਪੰਜਾਬ ਦੇ ਜਿਹੜਾ ਨਹੀਂ, ਉਹ ਖਿਲਾਫ ਨਹੀਂ ਆ, ਮੈਂ ਮਾਫੀਆ ਦੇ ਖਿਲਾਫ ਹਾਂ। ਤੇ ਈਡੀ ਵਾਲੀ ਜਦੋਂ ਪੁੱਛਗਿੱਛ ਹੋਈ ਸੀ ਵੀ ਉਹਨਾਂ ਨੂੰ ਜਿਹੜੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਜਿਹੇ ਬੰਦਿਆਂ ਨੂੰ, ਤਾਂ ਪਰ ਇਸ ਵੇਲੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਆਪਣਾ ਉਹਨਾਂ ਨੂੰ ਧੜਾ ਮਜ਼ਬੂਤ ਕਰਨਾ ਪੈਣਾ, ਤੇ ਦੂਜੇ ਪਾਸੇ ਕਾਂਗਰਸ ਪਾਰਟੀ ਨੂੰ ਜਿਹੜੀ ਆ ਉਹ ਧੜੇਬੰਦੀ ਖਤਮ ਕਰਨੀ ਪੈਣੀ ਹੈ। ਇਹ ਵੱਡੀ ਸਭ ਤੋਂ ਵੱਡੀ ਚੁਣੌਤੀ ਹੈਗੀ ਆ। ਇਸ ਦੇ ਨਾਲ ਨਾਲ ਕਿ ਉਹ ਉਹਨਾਂ ਨੇ ਇੱਕ ਮਜ਼ਬੂਤ ਆਪੋਜੀਸ਼ਨ ਦੇ ਤੌਰ ਦੇ ਉੱਤੇ ਵਿਚਰਨ, ਸਰਕਾਰ ਦੇ ਵੱਲੋਂ ਜੋ ਕੁਝ ਵੀ ਕਾਰਵਾਈਆਂ ਕੀਤੀਆਂ ਜਾਣਗੀਆਂ ਉਹਦੇ ਉੱਤੇ ਪੂਰੀ ਇੱਕ ਨਿਗਾਹ ਰੱਖਣ, ਤੇ ਨਿਗਾਹ ਰੱਖ ਕੇ ਜਿੱਥੇ ਵੀ ਕਮੀਆਂ ਹੋਣੀਆਂ ਨੇ ਉਸ ਨੂੰ ਉਜਾਗਰ ਕਰਨ, ਤੇ ਆਪਣਿਆਂ ਨੂੰ ਜਿਹੜਾ ਉਹ ਨਾਲ ਲੈ ਕੇ ਚੱਲਣ। ਜੀ ਬਿਲਕੁਲ ਠੀਕ ਕੁਲਵੰਤ ਜੀ, ਇੰਨਾ ਹੀ ਟਾਈਮ ਸੀਗਾ ਆਪਣੇ ਕੋਲੇ ਅੱਜ। ਬਹੁਤ ਧੰਨਵਾਦ ਜੀ ਤੁਹਾਡਾ ਨਾਲ ਜੁੜਨ ਦੇ ਲਈ। ਬਹੁਤ ਬਹੁਤ ਧੰਨਵਾਦ। ਸੋ ਇਹ ਸੀ ਦੋਸਤੋ ਅੱਜ ਦਾ ਸ਼ੋਅ। ਕਿਵੇਂ ਲੱਗਿਆ ਤੁਹਾਨੂੰ? ਆਪਣੇ ਕਮੈਂਟ ਸੈਕਸ਼ਨ ਤੁਹਾਡੇ ਲਈ ਖੁੱਲ੍ਹਾ ਜੀ ਪੂਰਾ, ਉਹਨੂੰ ਭਰ ਦਿਓ ਪੂਰਾ, ਤੇ ਜਿਹੜਾ ਬਟਨ ਹੈ ਲਾਈਕ ਵਾਲਾ ਉਹਨੂੰ ਨੀਲਾ ਜਿਹਾ ਕਰ ਦਿਓ ਦੱਬ ਕੇ, ਤੇ ਨਾਲ ਹੀ ਸ਼ੇਅਰ ਕਰ ਦਿਓ ਇਹ ਵੀਡੀਓ, ਸਬਸਕ੍ਰਾਈਬ ਕਰ ਦਿਓ ਜੀ ਚੈਨਲ, ਤੇ ਘੰਟੀ ਨਾਲ ਲੱਗੀ ਉਹਨੂੰ ਵੀ ਖੜਕਾ ਦਿਓ ਤਾਂ ਕਿ ਤੁਹਾਨੂੰ ਅੱਗੇ ਤੋਂ ਪਤਾ ਲੱਗਦਾ ਰਹੇ ਜਦੋਂ ਅਸੀਂ ਵੀਡੀਓ ਕੋਈ ਪਾਉਂਦੇ ਆ। ਤੇ ਤੁਹਾਨੂੰ ਖੁਸ਼ੀ ਹੋਈ ਕਿ ਜਾਣ ਕੇ ਕਿ ਜਲਦੀ ਅਸੀਂ ਜਗਾੜ ਜਿਹਾ ਫਿੱਟ ਕਰ ਰਹੇ ਹਾਂ ਤੇ ਲਾਈਵ ਵੀ ਹੋਇਆ ਕਰਾਂਗੇ ਤੁਹਾਡੇ ਨਾਲ। ਥੋੜ੍ਹਾ ਜਿਹਾ ਸਟੂਡੀਓ ਵੀ ਚੇਂਜ ਕਰਾਂਗੇ ਤੇ ਤੁਹਾਨੂੰ ਇੱਕ ਵਧੀਆ ਪੇਸ਼ਕਸ਼ ਹੈ ਜਿਹੜੀ ਉਹ ਦੇ ਪਾਵਾਂਗੇ। ਵਿਚਾਰ ਐਸੇ ਹੀ ਰਹਿਣਗੇ, ਬੇਬਾਕ ਰਹਿਣਗੇ, ਧੜੱਲੇਦਾਰ ਰਹਿਣਗੇ, ਤੇ ਕਿਸੇ ਵੀ ਪੱਖ ਦੇ ਵਿੱਚ ਨਹੀਂ ਰਹਿਣਗੇ, ਨਿਊਟਰਲ ਰਹਿਣਗੇ, ਕਿਉਂਕਿ ਅਸੀਂ ਪੱਤਰਕਾਰ ਹਾਂ, ਪੱਤਰਕਾਰੀ ਕਰਦੇ ਹਾਂ। ਨਾ ਅਸੀਂ ਆਮ ਆਦਮੀ ਪਾਰਟੀ ਦੇ ਪ੍ਰਵਕਤਾ, ਨਾ ਕਾਂਗਰਸ ਦੇ, ਨਾ ਬੀਜੇਪੀ ਦੇ, ਤੇ ਅਨਬਾਇਸਡ ਹੈ ਜਿਹੜੀ ਪੱਤਰਕਾਰੀ ਉਹ ਅਸੀਂ ਕਰਦੇ ਰਹਾਂਗੇ। ਜੇ ਤੁਸੀਂ ਸਪੋਰਟ ਕਰਨਾ ਚਾਹੁੰਦੇ ਹੋ, ਤੁਹਾਨੂੰ ਦੱਸ ਚੁੱਕੇ ਹਾਂ ਕਿ ਸਬਸਕ੍ਰਾਈਬ ਕਰ ਦਿਓ ਤੇ ਅੱਗੇ ਇਹ ਵੀਡੀਓ ਭੇਜ ਦਿਓ। ਬਹੁਤ ਧੰਨਵਾਦ ਜੀ ਤੁਹਾਡਾ। ਕੱਲ੍ਹ ਨੂੰ ਫੇਰ ਮਿਲਦੇ ਹਾਂ ਜੀ ਇਸੇ ਟਾਈਮ। ਮੈਂ ਬੋਨੀ ਬਿੰਦਰਾ, ਬਹੁਤ ਧੰਨਵਾਦ।